मेरा एक रिश्तेदार मेरे को आया, मैनू कहते भी मेरी सिफारिश करो तुम। मैं दसो की करनी है। कहते भी उदेश प्रताप होना नू कह के मैनू इस एजुकेशन बोर्ड का चेयरमैन लवाओ। अच्छा। तो मैं चले गया, मेरा माड़ा मोटा करते ही रिगार्ड। मैं चले गया तो वो क्या उन्होंने जी, वो मैनू कहते कहते तुहानू पता भी बड़े 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 मगरमच्छ बैठे उत्थे हैं। तो मैं कहता जी आलू वाली वर्गे। अच्छा। आंदा होना है तू कहाँ की होना अच्छा है। अच्छा। तो मैं जसवीर सिंह आलू वाली दा आहो कहना मैं इन्हां नू डिप्टी लवा देना, डिप्टी चेयरमैन, क्योंकि वाइस चेयरमैन पता नहीं की है। तो वो आंदे जिन्ने मैं नहीं लगना। अच्छा, चेयरमैन लगना। आहो तो उदों ना कोई चार्ज हुंदा सीगा पंजाब स्टेट यूनीवर्सिटी टैक्सट बुक बोर्ड का। वो मैनू कहंदा तू इत्थे क्यों नहीं आउंदा। अच्छा। वो मैं है काला खूह आ, मैं की करना इत्थे आउण के। इत्थों कोई पल नहीं खटी दी नहीं, कोई हथ घड़ियां तो बगैर नहीं निकलिया इत्थों कोई। अच्छा अच्छा अच्छा। नहीं नहीं तू अप्लाई कर दे अप्लाई। अच्छा देखो कमाल की गल ये आ भी वो टैक्सट बुक बोर्ड के चेयरमैन लगन लई, डायरैक्टर लगन लई ओहदियां क्वालीफिकेशन पता की आ? 10 साल टीचिंग का एक्सपीरियंस, 10 साल पब्लिकेशन का एक्सपीरियंस, 10 साल एडमिनिस्ट्रेशन का एक्सपीरियंस। अच्छा। ते MA पंजाबी, BA परशियन, अच्छा, इंग्लिश ते हिंदी ते दा ज्ञान ते उर्दू पढ़नी आउंदी होवे, हिंदी पढ़नी आउंदी होवे। अच्छा अच्छा। ते इन्नियां किताबां दी पब्लिकेशन होई होवे, ਉਹਦੇ ਤੇ कोई क्वालीफिकेशन नहीं पूरियां करदा। अच्छा। आहो मैं बाकी ते क्वालीफिकेशन भरतियां सारियां ते ਉਹ ਮੈਨੂੰ ਸਮਝ ਲੱਗ ਐਡਮਿਨਿਸਟ੍ਰੇਸ਼ਨ ਦਾ ਮੈਨੂੰ ਸਮਝ ਨਹੀਂ ਵੀ ਮੈਂ ਤਾਂ ਕਿਤੇ ਕੀਤੀ ਨਹੀਂ ਐਡਮਿਨਿਸਟ੍ਰੇਸ਼ਨ, ਉਹਦਾ ਕੀ ਲਿਖਿਆ, ਉਹ ਖਾਲੀ ਥਾਂ ਮੈਂ ਛੱਡ ਦੇ। ਉਹ ਫਿਰ ਸਿਲੈਕਸ਼ਨ ਕਮੇਟੀ ਬੈਠੀ ਨਾ ਤੇ ਬਾਕੀਆਂ ਦੇ ਬਾਕੀ ਦੇ ਕੁਆਲੀਫਿਕੇਸ਼ਨ ਸਾਰੀਆਂ ਠੀਕ ਆ ਤੇ ਉਹਨਾਂ ਐਡਮਿਨਿਸਟ੍ਰੇਸ਼ਨ ਦਾ ਨਹੀਂ ਲਿਖਿਆ। ਤੇ ਉਹ ਸੋਚ ਸਾਹਿਬ ਉਦੋਂ ਆਪਣਾ ਵਾਈਸ ਚਾਂਸਲਰ ਹੁੰਦੇ ਸੀ, ਉਹ ਕਹਿੰਦੇ ਜੀ ਉਹਨੂੰ ਪਤਾ ਨਹੀਂ ਹੋਣੀ ਗੱਲ, ਉਹ ਤੇ ਇੰਨੀਆਂ ਸਾਡੀਆਂ ਕਮੇਟੀਆਂ ਦਾ ਮੈਂਬਰ ਆ, ਸੈਨੇਟ ਦਾ ਮੈਂਬਰ ਆ ਉਹ ਹੈ, ਤੇ ਇੰਨੇ ਆ ਕਮੇਟੀ ਦਾ ਮੈਂਬਰ ਆ, ਉਹਨੇ ਉਹ ਪਤਾ ਨਹੀਂ ਲਿਖਿਆ ਕਿਉਂ ਨਹੀਂ ਪਤਾ ਨਹੀਂ ਸਾਨੂੰ, ਤੇ ਉਹ ਤੇ ਮੈਂਬਰ ਆ, ਉਹਦਾ ਐਡਮਿਨਿਸਟ੍ਰੇਸ਼ਨ ਦਾ ਵੀ ਬਣਦਾ। ਉਹ ਫਿਰ ਮੈਨੂੰ ਉਹਨਾਂ ਨੇ ਲਾ ਦਿੱਤਾ। ਪਰ ਉੱਥੇ ਜੋ ਗੰਦ ਆ ਉਹ ਕਹਿੰਦੇ ਵੀ ਆਪ ਵੀ ਛਕੋ ਛਕਾਓ ਤੇ ਸਾਨੂੰ ਵੀ ਛਕਾਓ, ਆਪ ਵੀ ਛਕੋ ਤੇ ਸਾਨੂੰ ਵੀ ਛਕਾਓ। ਅੱਛਾ ਅੱਛਾ ਅੱਛਾ। ਮੈਂ ਤੇ ਨਾ ਛਕਦਾ ਸੀ ਤੇ ਨਾ ਕਿਸੇ ਨੂੰ ਛਕਾਉਂਦਾ ਸੀਗਾ। ਤੇ ਪਹਿਲਾ ਕੰਮ ਇਹ ਹੋਇਆ ਵੀ 2 ਹੈਗੀਆਂ ਸੀ ਕਾਰਾਂ ਬੋਰਡ ਦੀਆਂ, ਤੇ ਇੱਕ OSD ਹੁੰਦਾ ਸੀ ਉਹਦੇ ਕੋਲ, ਤੇ ਇੱਕ ਸਪੈਸ਼ਲ ਸੈਕਟਰੀ ਐਜੂਕੇਸ਼ਨ ਉਹਦੇ ਕੋਲ, ਤੇ ਡਾਇਰੈਕਟਰ ਪੈਦਲ ਹੀ ਤੁਰਿਆ ਫਿਰਿਆ ਕਰੇ। ਅੱਛਾ ਅੱਛਾ। ਤੁਹਾਡੇ ਕੋਲ ਕੋਈ ਘਰ ਨਹੀਂ? ਕਾਲੀ ਕੋਈ ਨਹੀਂ। ਅੱਛਾ ਉਹ ਨਾ ਇਹ ਵੀ ਗੱਲ ਸੁਣਨ ਵਾਲੀ ਜੇ। ਅੱਛਾ। ਇਹ ਵੱਖਰਾ ਭਾਵੇਂ ਤੁਸੀਂ ਕਿਤੇ ਕਰ ਲਿਓ। ਉਹ ਜਿਹੜਾ ਇੱਕ ਸਪੈਸ਼ਲ ਐਜੂਕੇਸ਼ਨ ਸੈਕਟਰੀ ਸੀ ਨਾ, ਉਹ ਮੈਂ ਡਰਾਈਵਰ ਨੂੰ ਕਿਹਾ ਇਹਨੂੰ ਕਾਰ ਨਹੀਂ ਭੇਜਣੀ। ਅੱਛਾ। ਉਹ ਜਦੋਂ ਕਾਰ ਨਾ ਭੇਜੀ ਤੇ ਉਹਦਾ ਦੂਜੇ ਤੀਜੇ ਦਿਨ ਆ ਗਿਆ ਜੀ ਲੈਟਰ ਪੱਤਰ ਆ ਗਿਆ, ਚੇਤਾਵਨੀ ਪੱਤਰ ਨਾ ਹੈ। ਅੱਛਾ। ਉਹਨੇ ਮੈਨੂੰ ਲਿਖਿਆ ਸਰਕਾਰ ਨੇ ਆਹ ਫਾਈਲਾਂ ਤੁਹਾਡੇ ਕੋਲ ਇੰਨੀ ਤਰੀਕ ਨੂੰ ਮੰਗਾਈਆਂ ਸਨ ਤੇ ਉਹ ਫਾਈਲਾਂ ਤੁਸੀਂ ਭੇਜੀਆਂ ਨੇ, ਤੁਹਾਨੂੰ ਤਾੜਨਾ ਕੀਤੀ ਜਾਂਦੀ ਹੈ ਕਿ ਸਰਕਾਰ ਦੇ ਹੁਕਮ ਹੂ ਬਹੂ ਮੰਨੇ ਜਾਇਆ ਕਰਨ। ਅੱਛਾ। ਉਹ ਮੈਂ ਫਿਰ ਪੜ੍ਹ ਕੇ ਤੇ ਮੈਂ ਫਿਰ ਚਿੱਠੀ ਲਿਖਾਈ, ਉਹਨੂੰ ਨਹੀਂ ਲਿਖੀ, ਮੈਂ ਸਿੱਧਾ ਜਿਹੜੀ ਸਾਡੀ ਐਜੂਕੇਸ਼ਨ ਸੈਕਟਰੀ ਸੀ ਉਹਨੂੰ ਲਿਖੀ ਚਿੱਠੀ। ਅੱਛਾ। ਮੈਂ ਲਿਖਿਆ ਜੀ ਦੇਖੋ ਇਹਨਾਂ ਦਾ ਪੱਤਰ ਸ਼ੁੱਕਰਵਾਰ ਸ਼ਾਮ ਨੂੰ ਪ੍ਰਾਪਤ ਹੋਇਆ,
ਸ਼ਨੀਚਰਵਾਰ ਬੋਰਡ 'ਚ ਛੁੱਟੀ ਹੁੰਦੀ ਹੈ, ਐਤਵਾਰ ਵੀ ਬੋਰਡ ਬੰਦ ਹੁੰਦਾ ਹੈ। ਸੋਮਵਾਰ ਰਾਜਸਥਾਨ ਗਵਰਨਰ ਦਰਬਾਰਾ ਸਿੰਘ ਦੀ ਮ੍ਰਿਤੂ ਹੋਣ ਕਰਕੇ ਬੋਰਡ ਬੰਦ ਹੋ ਗਿਆ। ਇਹਨਾਂ ਹਾਲਤਾਂ ਵਿੱਚ ਫਾਈਲ ਭੇਜਣੀ ਸੰਭਵ ਨਹੀਂ ਸੀ। ਤਾੜਨਾ ਕਰਨ ਦਾ ਅਧਿਕਾਰ ਕੇਵਲ ਤੁਹਾਨੂੰ ਹੀ ਹੈ। ਇਸ ਬੰਦੇ ਨੂੰ ਤਾੜਨਾ ਕੀਤੀ ਜਾਵੇ ਕਿ ਅੱਗੇ ਤੋਂ ਮੈਨੂੰ ਤਾੜਨਾ ਨਾ ਕਰੇ। ਅੱਛਾ ਅੱਛਾ, ਫਿਰ ਮੈਂ ਕੱਢੀਆਂ ਲੌਗ ਬੁੱਕਾਂ ਕੱਢ ਕੇ ਤੇ ਚੀਫ ਸੈਕਟਰੀ ਨੂੰ ਮੈਂ ਲਿਖੀ ਚਿੱਠੀ। ਮੈਂ ਲਿਖਿਆ ਵੀ ਇਹ ਅਧਿਕਾਰੀ ਬੋਰਡ ਦੀ ਕਾਰ ਦੀ ਦੁਰਵਰਤੋਂ ਕਰ ਰਿਹਾ ਹੈ, ਇਹਨੂੰ ਤਾੜਨਾ ਕੀਤੀ ਜਾਵੇ ਵੀ ਇਹ ਵਰਤੋਂ ਬੰਦ ਕਰੇ। 12,500 ਰੁਪਈਆ ਇਹਨੇ ਬੋਰਡ ਦਾ ਗਲਤ ਥਾਵਾਂ 'ਤੇ ਜਾ ਕੇ, ਜਿੱਥੇ ਕੋਈ ਕੰਮ ਨਹੀਂ ਬੋਰਡ ਦਾ, ਉਹਦੇ ਖਰਚਾ ਕੀਤਾ ਤੇ ਇਹਨੂੰ ਹੁਕਮ ਕੀਤਾ ਜਾਵੇ ਕਿ ਤੁਰੰਤ ਬੋਰਡ ਦੇ ਖਾਤੇ ਜਮ੍ਹਾਂ ਕਰਾਇਆ ਜਾਵੇ। ਅੱਛਾ, ਉਹ ਛੱਡ ਕੇ ਭੱਜ ਗਿਆ ਉੱਥੋਂ ਸੀਟ। ਅੱਛਾ, ਇੱਕ ਤਾਂ ਇਹ ਘਟਨਾ ਵਾਪਰੀ। ਦੂਜੀ ਘਟਨਾ ਇਹ ਵਾਪਰੀ ਵੀ ਉਹ ਜਿਹੜੀ ਪਹਿਲੀ ਸੈਕਟਰੀ ਨਾ, ਔਰਤ ਗਿੱਲ ਉਹਦਾ ਨਾਂ ਸੀ, ਤੇ ਉਹ ਬਦਲੀ ਹੋ ਗਈ ਤੇ ਇੱਕ ਹੋਰ ਆ ਗਿਆ ਐਜੂਕੇਸ਼ਨ ਸੈਕਟਰੀ। ਅੱਛਾ, ਉਹ ਆ ਗਿਆ ਤੇ ਉਹਨੇ ਮੈਨੂੰ ਚਿੱਠੀ ਲੈ ਕੇ ਭੇਜਤੀ, ਪੱਤਰ ਭੇਜਦਾ। ਮੇਰੇ ਦਫ਼ਤਰ ਦੇ ਵਿੱਚ ਫੈਕਸ ਮਸ਼ੀਨ ਲਵਾਈ ਜਾਵੇ, STD ਦਾ ਟੈਲੀਫੋਨ ਲਗਵਾ ਦਿੱਤਾ ਜਾਵੇ। ਹੁਣ ਮੈਂ ਕਿੱਥੋਂ, ਮੈਂ ਕੋਈ ਵੱਡੀ ਤੇ ਖਾਂਦਾ ਨਹੀਂ। ਉਹ ਮੈਂ ਚਿੱਠੀ ਰੱਖ ਛੱਡੀ ਤੇ ਉਹ ਮੈਨੂੰ ਸੱਦ ਲਿਆ ਕਰੇ ਮੀਟਿੰਗ ਕਰਨੀ ਆ ਜੀ, ਮੀਟਿੰਗ ਕਰਨੀ ਆ, ਸੱਦ ਲਿਆ ਕਰੇ ਤੇ ਮੈਨੂੰ ਪੁੱਛਿਆ ਕਰੇ 1975 ਵਿੱਚ ਬੋਰਡ ਨੇ ਆਹ ਕਿਤਾਬਾਂ ਆਧਾਰ ਦਿੱਤੀਆਂ ਸੀ, ਅੱਛਾ, ਇਹਨਾਂ ਦਾ ਕੀ ਬਣਿਆ? ਅੱਛਾ, ਉਹ ਮੈਂ ਕਿਹਾ 1975 ਦਾ ਨਹੀਂ, ਤੁਸੀਂ ਦੱਸੋ ਕੀ ਬਣਿਆ? ਉਹ ਮੈਂ ਕਿਹਾ ਜੀ ਉਹਨਾਂ ਦਾ ਲਿਖੀ ਜਾਂਦੀਆਂ, ਕਈਆਂ ਤੋਂ ਲੈ ਵੀ ਆ ਪੈਸੇ, ਕਈਆਂ ਦਾ ਲਿਖੀ ਜਾਂਦੇ ਆ। ਤੇ ਇੱਕ ਦਿਨ ਮੀਟਿੰਗ ਕਰਕੇ ਮੈਂ ਉੱਠਣ ਲੱਗਾ ਤਾਂ ਮੈਨੂੰ ਕਹਿੰਦਾ ਤੁਹਾਨੂੰ ਇੱਕ ਕੰਮ ਕਿਹਾ ਸੀਗਾ। ਉਹ ਮੈਂ ਬਹਿ ਕੇ ਲੱਗ ਪਿਆ ਕਰਨ। ਮੈਂ ਹਾਂ ਜੀ ਕਰਦੇ ਹਾਂ, ਕੁਛ ਕਰਦੇ ਹਾਂ, ਫੈਕਸ ਫੂਕਸ ਦਾ ਕਰਦੇ ਹਾਂ, ਕੁਝ ਲਾਉਣੇ ਸਕੀਮ। ਮੈਨੂੰ ਕਹਿੰਦਾ ਮੈਂ ਯੈਸ ਔਰ ਨੋ ਦੇ ਵਿੱਚ ਜਵਾਬ ਮੰਗਦਾ ਹੁਣਾ। ਅੱਛਾ, ਮੈਂ ਕਿਹਾ ਜੇ ਤੁਹਾਡਾ ਇੰਟਾਈਟਲਮੈਂਟ ਹੈ ਤਾਂ ਯੈਸ, ਨਹੀਂ ਤਾਂ ਨੋ। ਅੱਛਾ, ਕਹਿੰਦਾ ਮੈਂ DC ਰਿਹਾ, ਤੇਰੇ ਵਰਗੇ ਕਈ ਬਦਮਾਸ਼ ਠੀਕ ਕੀਤੇ ਮੈਂ। ਮੈਂ ਉੱਠ ਕੇ ਖਲੋ ਗਿਆ। ਮੈਂ ਕਿਹਾ ਤੂੰ ਫਿਰ ਮੇਰੇ ਵਰਗਾ ਬਦਮਾਸ਼ ਵੇਖਿਆ ਨਹੀਂ ਅਜੇ ਤਾਈਂ ਜੰਗਲਨ ਦੇ ਤੂੰ ਮੈਂ ਹੈ। ਅੱਛਾ, ਤੇ ਉੱਥੇ ਅਮਰਜੀਤ ਸਿੰਘ ਆਪਣੇ DC ਹੁੰਦੇ ਸੀ, ਉਹ ਮੈਨੂੰ ਜਾਣਦੇ ਸੀਗੇ। ਉਹ ਲਾਗੇ ਬੈਠਾ ਸੀਗਾ। ਅੱਛਾ, ਤੇ ਮੈਂ ਬਾਹਰ ਨਿਕਲ ਕੇ ਤੇ ਲੱਗ ਪਿਆ ਦਬਕੇ ਛਪਕੇ ਲਾਉਣ, ਮੈਂ ਵੀ ਗਲ ਮੰਦਾ ਕਰਨ। ਉਹ ਅਮਰਜੀਤ ਉਹਨੂੰ ਕਹਿੰਦਾ ਤੂੰ ਗਲਤ ਬੰਦੇ ਨਾਲ ਪੰਗਾ ਲੈ ਲਿਆ ਹੈ। ਅੱਛਾ, ਤੇ ਕਹਿੰਦਾ ਹੈ ਕਿਉਂ? ਕਹਿੰਦਾ ਤੂੰ ਗਲਤ ਬੰਦੇ ਨਾਲ ਪੰਗਾ ਲੈ ਲਿਆ ਤੂੰ। ਕਹਿੰਦਾ ਹੁਣ ਉਹ ਸਿਚੁਏਸ਼ਨ ਡਿਫਿਊਜ਼ ਕਰ, ਫਿਰ ਡਿਫਿਊਜ਼ ਕਰ। ਭੱਜ ਕੇ ਉਹ ਆਇਆ, ਭੱਜਾ ਤੇ ਮੈਂ ਗਾਲਾਂ ਕੱਢਣ ਡਿਆ ਉਹਨੂੰ। ਉਹ ਮੇਰੇ ਮੂੰਹ ਅੱਗੇ ਹੱਥ ਦਵਾਏ, ਉਹ ਕਹਿ ਰਿਹਾ ਇਹ ਕੀ ਕਰਦਾ? ਮੈਂ ਇਹਨੂੰ ਹਰਾਮਜ਼ਾਦੇ ਨੇ ਕਿੰਨੇ ਬਣਾਇਆ, ਮੈਂ ਅਫਸਰ ਬਣਾ ਤਾ ਹੈ। ਉਹ ਮੈਨੂੰ ਲੈ ਕੇ ਉਹਨੇ ਪਾਣੀ ਧਾਣੀ ਪਿਆਇਆ ਪੂਆ, ਤੇ ਉਹ ਜੀ ਠੰਡਿਆਂ ਕਰਕੇ ਤੇ ਮੈਨੂੰ ਉਹਨਾਂ ਭੇਜਿਆ ਦਫ਼ਤਰ ਭੇਜਿਆ ਤੇ ਦਗੜ ਕਰਕੇ 15 ਬੰਦੇ ਆ ਗਏ। ਅੱਛਾ, ਨਾਲ DSP। ਅੱਛਾ, ਆਉਂਦੇ ਕਹਿੰਦੇ ਵਿਜੀਲੈਂਸ ਤੋਂ ਆਏ ਆ ਮੈਂ। ਅੱਛਾ, ਮੈਂ ਕਿਹਾ ਆਓ, ਤੁਹਾਨੂੰ ਤਾਂ ਮੈਂ ਡਿੱਕ ਨਹੀਂ ਡਿਆ ਸੀਗਾ। ਕਹਿੰਦੇ ਅਸੀਂ ਤਾਂ ਐਂ ਖਰੜ ਤੋਂ ਸਾਨੂੰ ਵਾਇਰਲੈਸ ਮੈਸੇਜ ਗਿਆ, ਤੈਨੂੰ ਕਿਵੇਂ ਪਤਾ? ਮੈਂ ਕਿਹਾ ਜਿਹਨੇ ਭੇਜਿਆ ਉਹਨੇ ਮੈਨੂੰ ਆਖਿਆ ਮੈਂ ਭੇਜਣ ਲੱਗਾ ਮੈਂ। ਅੱਛਾ, ਤੇ ਕਹਿੰਦੇ ਇੱਥੇ ਬੜੇ ਘਪਲੇ ਹੋ ਗਏ ਆ। ਤੇ ਮੈਂ ਕਿਹਾ ਘਪਲੇ ਤੇ ਹੋਣੇ ਹੀ ਆ। ਕਹਿੰਦੇ ਕਿਉਂ? ਮੈਂ ਕਿਹਾ ਜਦੋਂ ਅਫਸਰ ਜਿਹੜੇ ਆ ਉਹ ਰਿਟਨ ਕਰਪਸ਼ਨ ਕਰਨ ਲੱਗ ਪੈਣਾ ਤੇ ਘਪਲੇ ਕਿਉਂ ਨਾ ਹੋਣਗੇ? ਆਹ ਲੈ ਚੁੱਕ, ਉਹ ਚਿੱਠੀ ਕੱਢ ਕੇ DSP ਨੂੰ ਫੜਾ ਦਿੱਤੀ। ਅੱਛਾ, ਉਹ ਪੜ੍ਹ ਕੇ ਚਿੱਠੀ ਨਾ, ਤੇ ਉਹਨੇ ਮੇਰੇ ਲੈਂਡਲਾਈਨ ਤੋਂ ਨਾ SP ਵਿਜੀਲੈਂਸ ਨੂੰ ਫੋਨ ਕੀਤਾ। ਅੱਛਾ, ਕਹਿੰਦਾ ਸਰ ਇੱਥੇ ਤੇ ਮਸਲਾ ਹੀ ਹੋ ਰਿਹਾ। ਕਹਿੰਦਾ ਉਹ ਇਹਦੇ ਤੋਂ ਆਹ ਚੀਜ਼ਾਂ ਮੰਗਦਾ ਤੇ ਇਹ ਦਿੰਦਾ ਨਹੀਂ ਗਾ ਹੈ। ਉਹਦਾ ਜਵਾਬ ਦੇਖੋ SP ਵਿਜੀਲੈਂਸ ਦਾ। ਉਹ ਕਹਿੰਦਾ ਯਾਰ ਕੈਰੋ ਮੈਂ ਕਮਲਾ ਯਾਰ ਕੀ ਆ, ਨਿੱਕੀ ਜਿਹੀ ਚੀਜ਼ ਦੇ ਦੂੰ ਛੱਡੇ। ਉੱਥੇ ਜੋ ਅੱਛਾ ਹਰ ਵਾਰ ਮੇਰੀ ਉੱਥੇ ਰਹੀ ਲੜਾਈ, ਹਰ ਵਾਰ ਲੜਾਈ ਰਹੀ। ਅੱਛਾ, ਉਹ ਜਦੋਂ ਵੀ ਮੈਂ ਛੱਡਣ ਦਾ ਪ੍ਰੋਗਰਾਮ ਵੀ ਮੈਂ ਹੁਣ ਛੱਡ ਦੇਣਾ ਜੀ, ਮੈਂ ਛੱਡ ਦੇਣਾ,
ਉਦੋਂ ਮੇਰਾ ਕਿਸੇ ਨਾ ਪੰਗਾ ਪੈ ਜਾਣਾ। ਮੈਂ ਕਿਹਾ ਜੇ ਮੈਂ ਹੁਣ ਛੱਡਿਆ ਨਾ, ਇਹਨਾਂ ਆਖਣਾ ਭਜਾਤਾ ਹੀ, ਉਹ ਭਜਾਤਾ ਹੀ। ਅਖੀਰ ਤੇ ਨਾ ਇੱਕ ਦਿਨ ਮੋਹਨ ਲਾਲ ਉਦੋਂ ਆ ਗਏ ਹੈ, ਐਜੂਕੇਸ਼ਨ ਮਿਨਿਸਟਰ। ਇਹ ਬੰਦਾ ਵੀ ਚੰਗਾ ਤੇ ਮੇਰੇ ਨਾਲ ਨਹੀਂ ਚੰਗੀ ਸੀ। ਮੈਂ ਕਹਿੰਦਾ ਉਹ ਕਹਿ ਰਿਹਾ ਸਾਡੀ ਜਾਨ ਛੱਡ, ਤੇ ਬੋਰਡ ਕੋਲ ਪੈਸੇ ਹੈ ਨਹੀਂ ਗੇ, ਤੇ ਤੂੰ ਸਾਨੂੰ ਮਹਿੰਗਾ ਬੜਾ ਪੈਂਦਾ, ਤੂੰ ਤੇ ਯੂਨੀਵਰਸਿਟੀ ਤੇਰੀ ਨੌਕਰੀ ਹੈਗੀ ਆ। ਮੈਂ ਕਿਹਾ ਲਿਆਓ ਕਾਗਜ਼। ਕਾਗਜ਼ ਦਿੱਤਾ ਤੇ ਮੈਂ ਉਸ ਵੇਲੇ ਅਸਤੀਫਾ ਲਿਖ ਕੇ ਤੇ ਮੈਂ ਆ ਲਓ। ਉਹ ਤੋਂ ਬਾਅਦ ਬੋਰਡ ਬੰਦ ਕਰਤਾ ਸੀ ਉਹਨਾਂ ਨੇ, ਟੈਕਸਟ ਬੋਰਡ ਖਾ ਹੀ ਗਈ, ਉਹ ਖਤਮ ਹੀ ਹੋ ਗਿਆ ਸੀ। ਖਤਮ ਹੀ ਹੋ ਗਿਆ। ਮੈਂ ਕਿਹਾ ਖਾ ਗਏ ਲੋਕ ਉਹਨੂੰ, ਬੋਰਡ ਨੂੰ ਖਾ। ਪਹਿਲੇ ਦੇ ਜਿੰਨੇ ਉੱਥੇ ਇੰਪਲਾਈ ਸੀ ਬਹੁਤੇ ਕੋਈ ਕਿਸੇ ਦੀ ਭੈਣ, ਅੱਛਾ, ਕਿਸੇ ਦੀ ਧੀ, ਕਿਸੇ ਦੇ ਇਹ ਉਹ ਵੱਡੇ ਜਿਹੜੇ ਆਪਣੇ ਸਰਕਾਰੀ ਅਫਸਰ ਸੀ ਉਹਨਾਂ ਦੀਆਂ ਸਾਰੀਆਂ, ਨਾ ਕਿਸੇ ਨੂੰ ਕੱਖ ਆਉਂਦਾ ਸੀ, ਨਾ ਲੈਣਾ ਦੇਣਾ ਹੈ। ਕਈ ਲੋਕ ਮੈਨੂੰ ਬੜੇ ਪੁੱਠੇ ਸਿੱਧੇ ਸਵਾਲ ਕਰਦੇ ਰਹਿੰਦੇ ਆ ਕਿ ਤੁਸੀਂ ਰੱਬ ਨੂੰ ਮੰਨਦੇ ਜੇ ਕਿ ਨਹੀਂ ਮੰਨਦੇ। ਤੇ ਜਦੋਂ ਮੈਂ ਕਹਿ ਦਿੰਦਾ ਮੈਂ ਨਹੀਂ ਮੰਨਦਾ ਮੁੰਦਾ, ਅਗਲੇ ਦਿਨ ਹੀ ਮੇਰੀ ਜ਼ਿੰਦਗੀ 'ਚ ਕੋਈ ਇਹੋ ਜਿਹੀ ਘਟਨਾ ਵਾਪਰੀ ਹੁੰਦੀ ਆ ਜਿਹਦਾ ਚਿੱਤਾ ਹੀ ਨਹੀਂ ਹੁੰਦਾ। ਅੱਛਾ ਅੱਛਾ। ਫਿਰ ਸੋਚਣ ਤੇ ਮਜਬੂਰ ਹੋ ਜਾਈਦਾ ਵੀ ਯਾਰ ਕੁਛ ਨਾ ਕੁਛ ਹੀ ਹੋਣਾ ਹੀ ਆ। ਅੱਛਾ। ਮੇਰੀ ਜ਼ਿੰਦਗੀ ਦਾ ਫਲਸਫਾ ਇਹ ਆ ਵੀ ਜੋ ਕੁਦਰਤ ਤੁਹਾਡੇ ਨਾਲ ਕਰਦੀ ਆ ਨਾ ਅੱਜ, ਉਹ ਭਾਵੇਂ ਤੁਹਾਨੂੰ ਅੱਜ ਬੁਰਾ ਲੱਗੇ ਵੀ ਮੇਰੇ ਨਾਲ ਬਹੁਤ ਬੁਰਾ ਹੋਇਆ, ਮੇਰੇ ਨਾਲ ਬਹੁਤ ਧੱਕਾ ਹੋਇਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹੋ ਹੀ ਘਟਨਾ ਤੁਹਾਡੇ ਹੱਕ 'ਚ ਭੁਗਤਦੀ ਆ। ਇਹਦਾ ਕਾਰਨ ਇੱਕ ਇਹ ਵੀ ਆ, ਮੈਂ ਜਦੋਂ ਬਚਪਨ ਸੀ ਨਾ, ਮੇਰੇ ਨਾ ਆ ਉਂਗਲ ਵੱਢੀ ਗਈ ਆ ਜਿਹੜੀ। ਅੱਛਾ। ਤੇ ਇਹ ਵਿੰਗੀ ਜੁੜ ਗਈ, ਤੇ ਸਾਰੀ ਉਮਰ ਮੈਨੂੰ ਇਹਦਾ ਦੁੱਖ ਰਿਹਾ ਵੀ ਇਹ ਵਿੰਗੀ ਜੁੜ ਗਈ ਆ, ਵਿੰਗੀ ਜੁੜ ਗਈ ਆ, ਵਿੰਗੀ ਜੁੜ ਗਈ। 65 ਦੇ ਜੰਗ 'ਚ ਮੈਂ ਸੈਕੰਡ ਲੈਫਟੀਨੈਂਟ ਸਿਲੈਕਟ ਹੋ ਗਿਆ। ਅੱਛਾ। ਹਾਂ। ਤੇ ਇੱਥੇ ਖਾਲਸਾ ਕਾਲਜ ਹੋਰ ਵੀ ਹੋ ਗਏ ਬੜੇ, ਤੇ ਮੈਂ ਵੀ ਹੋ ਗਿਆ। ਤੇ ਉਹ ਜਦੋਂ ਨਾ ਮੈਡੀਕਲ ਕੀਤਾ ਤੇ ਉਂਗਲ ਵਿੰਗੀ ਨਿਕਲ ਆਈ, ਤੇ ਉਹਨਾਂ ਮੈਨੂੰ ਕੱਢ ਦਿੱਤਾ ਬਾਹਰ ਮੈਡੀਕਲ ਹੀ। ਤੇ ਉਹ ਹੁਣ ਮੈਂ ਸੋਚਦਾ ਵੀ ਜੇ ਮੈਨੂੰ ਬਾਹਰ ਨਾ ਕੱਢਦੇ ਤਾਂ ਮੈਂ ਤਾਂ ਕਿਸੇ ਨਾ ਕਿਸੇ ਲੜਾਈਆਂ 'ਚ ਹੁਣ ਗਏ ਹੋਣਾ ਸੀਗਾ। ਤੇ ਹੁਣ ਤਾਂ ਮੈਂ ਉਹ ਕਹਿੰਦਾ ਵੀ ਸ਼ਾਬਾਸ਼ ਹੈ ਵੀ ਵਿੰਗੀ ਉਂਗਲੇ, ਤੂੰ ਇੰਨੇ ਨਾਵਲ ਕਹਾਣੀਆਂ ਲਿਖਤੀਆਂ, ਇੰਨੇ ਫੋਕ ਫੋਰ ਦਾ ਇਸੇ ਉਂਗਲ ਨਾਲ ਲਿਖਦੀ। ਤੇ ਇਹ ਆ ਮੇਰਾ ਫਲਸਫਾ ਵੀ ਜੋ ਵੀ ਕੁਦਰਤ ਤੁਹਾਡੇ ਨਾਲ ਕਰਦੀ ਆ ਨਾ, ਉਹ ਤੁਹਾਡੇ ਭਲੇ ਲਈ ਕਰਦੀ ਆ, ਬੁਰੇ ਨਾਲ ਨਹੀਂ। ਮੇਰਾ ਤਾਂ ਖਿਆਲ ਹੈ ਵੀ ਜਿਹੜਾ ਜੈਨੂਅਨ ਲੇਖਕ ਆ ਨਾ, ਉਹਦੇ ਧੜੇ ਬੰਦੀਆਂ ਤੋਂ ਉੱਪਰ ਆ। ਮੈਂ ਆਪਣੇ ਬਾਰੇ ਕਈ ਵਾਰ ਸਵਾਲ ਕਰਦਾ ਵੀ ਸਾਹਿਤਕਾਰ ਦਾ ਅਰਥ ਹੀ, ਸਾਹਿਤ ਦਾ ਮਤਲਬ ਹੈ ਹਰ ਇੱਕ ਦਾ ਹਿੱਤ, ਹਰ ਇੱਕ ਨੂੰ ਪਿਆਰ ਕਰਨਾ। ਵੀ ਜੇ ਮੈਂ ਦੁਨੀਆ ਦੇ ਉੱਤੇ ਇੱਕ ਵੀ ਬੰਦੇ ਨੂੰ ਨਫ਼ਰਤ ਕਰਦਾ ਨਾ, ਤੇ ਮੈਂ ਜੈਨੂਅਨ ਸਾਹਿਤਕਾਰ ਨਹੀਂ ਹੈਗਾ। ਹੁਣ ਕਈ ਵਾਰ ਸੋਚੀਦਾ ਤੇ ਧਿਆਨ ਮਾਰੀਦਾ, ਪਰ ਅਖੀਰ ਦੇ ਉੱਤੇ ਉਹ ਜਿੰਨੀ ਕਿਸੇ ਦੀ ਬੁੱਧ ਆ, ਜਿਹੋ ਜਿਹਾ ਕੋਈ ਸੁਭਾਅ ਆ, ਉਹੋ ਜਿਹਾ ਹੋ ਹੀ ਜਾਂਦਾ। ਤੇ ਮੈਂ ਤਾਂ ਕਦੀ ਕਿਸੇ ਧੜੇਬੰਦੀ ਦਾ ਸ਼ਿਕਾਰ ਨਹੀਂ ਹੋਇਆ। ਅੱਜ ਕੱਲ੍ਹ ਪਹਿਲਾਂ ਤਾਂ ਮੈਂ ਪ੍ਰੋਗਰਾਮ ਇਹ ਬਣਾਇਆ ਸੀਗਾ ਵੀ ਪੰਜਾਬੀ ਲੋਕ ਕਹਾਣੀਆਂ ਦੀਆਂ 500 ਸਫ਼ੇ ਦੀਆਂ 3 ਕਿਤਾਬਾਂ ਤਿਆਰ ਕੀਤੀਆਂ ਜਾਣ, ਤੇ ਜਿਹਦੇ ਵਿੱਚ ਪੰਜਾਬੀ ਦੀਆਂ ਸਾਰੀਆਂ ਹੀ ਲੋਕ ਕਹਾਣੀਆਂ ਆ ਜਾਣ, ਚਾਹੇ ਉਹ ਟੋਟਕੇ ਨੇ, ਚਾਹੇ ਉਹ ਪਰੀ ਕਹਾਣੀਆਂ ਨੇ, ਚਾਹੇ ਉਹ ਦੰਦ ਕਥਾਵਾਂ ਨੇ, ਜਾਂ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਮਿੱਥਾਂ ਨੇ, ਜਿਨ੍ਹਾਂ ਨੂੰ ਅਸੀਂ ਪੁਰਾਣ ਕਥਾਵਾਂ ਵੀ ਕਹਿ ਦਿੰਦੇ ਹਾਂ। ਉਹਦਾ ਪ੍ਰੋਗਰਾਮ ਮੈਂ ਬਣਾਇਆ ਹੋਇਆ ਸੀਗਾ, ਤੇ ਉਹਦੇ ਵਿੱਚ ਮੈਂ ਸਮਝ ਲਓ ਵੀ 3 ਕਿਤਾਬਾਂ 'ਚੋਂ ਮੈਂ ਪੌਣੀਆਂ 2 ਕਿਤਾਬਾਂ ਤਿਆਰ ਕਰ ਲਈਆਂ। ਤੇ ਜਿਹੜੀ ਪਹਿਲੀ ਮੈਂ ਪੰਜਾਬੀ ਲੋਕ ਕਹਾਣੀਆਂ ਦੀ ਕਿਤਾਬ ਤਿਆਰ ਕੀਤੀ, ਭਾਗ ਪਹਿਲਾ, ਉਹ ਇਸ ਹਫ਼ਤੇ 'ਚ ਆ ਜਾਣੀ ਆ। ਤੇ ਜਦੋਂ ਮੈਂ ਉਹ ਲੋਕ ਕਹਾਣੀਆਂ ਲਿਖ ਰਿਹਾ ਸੀ, ਦੁਹਰਾ ਰਿਹਾ ਸੀਗਾ ਜਾਂ ਇਕੱਠੀਆਂ ਕਰ ਰਿਹਾ ਸੀ, ਤੇ ਮੈਨੂੰ
ਇਹ ਖਿਆਲ ਆਇਆ, ਕਿਉਂਕਿ ਮੈਂ PhD ਵੀ ਲੋਕ ਕਹਾਣੀਆਂ 'ਤੇ ਕੀਤੀ ਆ, ਅਤੇ ਉਹ ਮੈਂ ਲੋਕ ਕਹਾਣੀਆਂ ਦੀ ਨਾ ਸੰਰਚਨਾ ਬਾਰੇ ਲੱਭਣ ਦੀ ਕੋਸ਼ਿਸ਼ ਕੀਤੀ ਵੀ ਲੋਕ ਕਹਾਣੀ ਦੀ ਸੰਰਚਨਾ ਕੀ ਆ। ਅਤੇ ਉਹ ਸੰਰਚਨਾ ਬਾਰੇ ਤਾਂ ਗੱਲ ਜਦੋਂ ਤੁਸੀਂ ਕਰੋਗੇ, ਅੱਗੇ ਪੁੱਛੋਗੇ ਸਵਾਲ, ਮੈਂ ਉਹਦੇ ਬਾਰੇ ਤੁਹਾਨੂੰ ਗੱਲ ਦੱਸਣਾ ਚਾਹਾਂਗਾ, ਅਤੇ ਤੁਸੀਂ ਯਾਦ ਰੱਖਿਓ ਇਹ ਸਵਾਲ ਵੀ ਇਹ ਜ਼ਰੂਰ ਪੁੱਛਣਾ। ਕਿਉਂਕਿ ਕੁਝ ਸਮਾਂ ਪਹਿਲਾਂ ਜਦੋਂ ਮੈਂ ਸੰਰਚਨਾਵਾਦ ਬਾਰੇ ਪੜ੍ਹਨਾ ਸ਼ੁਰੂ ਕੀਤਾ, ਜਾਂ ਮੈਂ ਇਹ ਸੋਚਿਆ ਕਿ ਮੈਨੂੰ ਲੋਕ ਕਹਾਣੀਆਂ ਦੀ ਸੰਰਚਨਾ, ਪੰਜਾਬੀ ਲੋਕ ਕਹਾਣੀਆਂ ਦੀ ਸੰਰਚਨਾ ਦੇ ਉੱਤੇ ਮੇਰਾ ਥੀਸਿਸ ਹੋਣਾ ਚਾਹੀਦਾ, ਅਤੇ ਉਦੋਂ ਪੰਜਾਬ ਵਿੱਚ ਸੰਰਚਨਾ ਬਾਰੇ ਵੱਡੇ ਵੱਡੇ ਵਿਦਵਾਨਾਂ ਨੂੰ ਨਹੀਂ ਸੀ ਪਤਾ, ਅਤੇ ਮੈਨੂੰ ਆਪ ਨਹੀਂ ਸੀ ਪਤਾ ਵੀ ਸੰਰਚਨਾ ਹੁੰਦੀ ਕੀ ਆ। ਅਤੇ ਮੈਂ ਬੜੇ ਮੱਥੇ ਮਾਰੇ, ਬਹੁਤ ਕੁਛ ਕੀਤਾ, ਅਤੇ ਫਿਰ ਮੈਂ 1.5-2 ਮਹੀਨੇ ਮੈਸੂਰ ਮਾਨਸਾ ਗੰਗੋਤਰੀ ਯੂਨੀਵਰਸਿਟੀ ਵਿੱਚ ਗਿਆ, ਕਿਉਂਕਿ ਮੈਨੂੰ ਪਤਾ ਲੱਗਿਆ ਵੀ ਉੱਥੇ ਸੰਰਚਨਾਵਾਦ 'ਤੇ ਕੁਝ ਕਿਤਾਬਾਂ ਹੈਗੀਆਂ, ਅਤੇ ਉੱਥੇ ਰਹਿ ਕੇ ਜਿੰਨੀ ਕੁ ਮੈਨੂੰ ਸਮਝ ਲੱਗੀ ਉਹ ਫਿਰ ਗੱਲ ਬਾਅਦ 'ਚ ਕਰਾਂਗੇ। ਅਤੇ ਹੁਣ ਜਦੋਂ ਮੈਂ ਉਹ ਲੋਕ ਕਹਾਣੀਆਂ ਇਕੱਤਰ ਕਰ ਰਿਹਾ ਸੀ, ਇਕੱਠੀਆਂ ਕਰ ਰਿਹਾ ਸੀ, ਉਹਨਾਂ ਨੂੰ ਪ੍ਰਕਾਸ਼ਿਤ ਵੀ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਅਤੇ ਮੈਂ ਦੇਖਿਆ ਵੀ ਬਹੁਤ ਸਾਰੀਆਂ ਜਿਹੜੀਆਂ ਲੋਕ ਕਹਾਣੀ ਦੀਆਂ ਰੂੜੀਆਂ ਨੇ ਨਾ, ਸਾਡੇ ਸਧਾਰਨ ਜਿਹੜੇ ਪਾਠਕ ਨੇ ਜਾਂ ਸਾਡੇ ਸਧਾਰਨ ਜਿਹੜੇ ਸਰੋਤੇ ਨੇ, ਸ਼ਾਇਦ ਉਹਨਾਂ ਨੂੰ ਰੂੜੀ ਸ਼ਬਦ ਦਾ ਨਾਂ ਪਤਾ ਲੱਗਦਾ ਹੋਵੇ। ਕਈ ਤਾਂ ਉਹਨਾਂ ਨੂੰ ਲਿਖ ਵੀ, ਬਹੁਤੇ ਸਗੋਂ ਸਾਡੇ ਪੜ੍ਹੇ ਲਿਖੇ ਬੱਚੇ ਵੀ ਜਿਹੜੇ ਨਾ ਰੂੜੀ ਲਿਖਦੇ, ਰੂੜੀ ਜਿਹੜੀ ਪਿੰਡਾਂ ਦੀ ਹੁੰਦੀ ਹੈ। ਪਰ ਇਹ ਹੁੰਦਾ ਇਹ ਆ ਵੀ ਜਿਹੜੀ ਚੀਜ਼ ਕਿਸੇ ਵੀ ਕਹਾਣੀ ਵਿੱਚ ਰੂੜ ਹੋ ਜਾਂਦੀ ਆ, ਔਰ ਤਕਰੀਬਨ ਹਰ ਕਹਾਣੀ 'ਚ ਬਾਰ-ਬਾਰ ਆਉਂਦੀ ਆ ਵੀ ਜਿਵੇਂ ਇੱਕ ਰਾਜਾ ਸੀ, ਉਹਦੇ 7 ਪੁੱਤਰ ਸੀ, ਉਹਦੀਆਂ 7 ਧੀਆਂ ਸੀ, ਇਹ ਵੀ ਇੱਕ ਰੂੜੀ ਆ। ਜਿਵੇਂ ਇੱਕ ਰਾਜਾ ਸੀ, ਉਹਦੀ ਰਾਣੀ ਮਰ ਗਈ, ਉਹ ਵੀ ਇੱਕ ਰੂੜੀ ਆ। ਜਾਂ ਇੱਕ ਰਾਜਾ ਸੀ, ਉਹਨੇ ਆਪਣੇ ਮੁੰਡੇ ਨੂੰ ਬਨਵਾਸ ਦੇ ਦਿੱਤਾ, ਇਹ ਵੀ ਇੱਕ ਰੂੜੀ ਆ। ਇਸ ਤਰੀਕੇ ਨਾਲ ਨਾ ਮੈਂ ਦੇਖਿਆ ਵੀ ਇਹ ਜਿਹੜੀਆਂ ਬਹੁਤ ਸਾਰੀਆਂ ਨੇ ਨਾ ਰੂੜੀਆਂ ਸਾਡੇ ਪੰਜਾਬੀ ਲੋਕ ਕਹਾਣੀਆਂ 'ਚ ਮਿਲਦੀਆਂ ਨੇ। ਉਹ ਫਿਰ ਜਦੋਂ ਉਹਨਾਂ 'ਤੇ ਮੈਂ ਕੰਮ ਸ਼ੁਰੂ ਕਰ ਦਿੱਤਾ, ਕਾਫੀ ਮੈਂ ਕੰਮ ਜਦੋਂ ਕਰ ਲਿਆ, ਅਤੇ ਮੈਂ ਇਹ ਸੋਚਿਆ ਵੀ ਇਹ ਜਿਹੜੀਆਂ ਨੇ ਨਾ ਇਹ ਰੂੜੀ ਸਾਡੇ ਪੰਜਾਬੀ ਲੋਕ ਕਹਾਣੀਆਂ 'ਚ ਆਈਆਂ, ਕੀ ਇਹ ਕਿਸੇ ਹੋਰ ਸੱਭਿਆਚਾਰ, ਕਿਸੇ ਹੋਰ ਸਮਾਜ ਦੀ ਲੋਕ ਧਾਰਾ ਜਾਂ ਲੋਕ ਕਹਾਣੀਆਂ ਵਿੱਚ ਵੀ ਆਉਂਦੀਆਂ ਨੇ। ਜਦੋਂ ਮੈਂ ਰੂੜੀਆਂ 'ਤੇ ਕੰਮ ਕਰ ਰਿਹਾ ਸੀ ਤਾਂ ਮੈਂ ਮਹਿਸੂਸ ਕੀਤਾ ਕਿ ਮੈਨੂੰ ਇਹ ਪਤਾ ਲਾਉਣਾ ਚਾਹੀਦਾ ਵੀ ਪੰਜਾਬੀ ਲੋਕ ਕਹਾਣੀ ਦੀਆਂ ਜਿਹੜੀਆਂ ਰੂੜੀਆਂ, ਉਹਦੀਆਂ ਜੜ੍ਹਾਂ ਕਿੱਥੇ ਨੇ। ਅਤੇ ਜਦੋਂ ਮੈਂ ਇਹਦੇ ਬਾਰੇ ਅਧਿਐਨ ਕੀਤਾ ਅਤੇ ਮੈਂ ਪੜ੍ਹਿਆ ਔਰ ਲੱਭਿਆ ਵੀ ਪੰਜਾਬੀ ਲੋਕ ਕਹਾਣੀਆਂ ਦੀਆਂ ਜਿਹੜੀਆਂ ਰੂੜੀਆਂ ਨੇ, ਉਹਨਾਂ ਦੀਆਂ ਜੜ੍ਹਾਂ 'ਤੇ ਯੂਨਾਨ, ਰੋਮ, ਮਿਸਰ, ਇਸਲਾਮਕ ਜਗਤ, ਈਸਾਈਅਤ ਜਗਤ, ਬੁੱਧ ਧਰਮ ਜਾਂ ਹਿੰਦੂ ਮਿਥਿਹਾਸ, ਇਹ ਸਾਰੀਆਂ ਉਹਨਾਂ ਵਿੱਚ ਵੀ ਇਸ ਤਰ੍ਹਾਂ ਹੀ ਫੈਲੀਆਂ ਹੋਈਆਂ ਨੇ। ਅਤੇ ਉਹਦੇ 'ਤੇ ਫਿਰ ਮੈਂ ਬਾਅਦ ਦੇ ਵਿੱਚ ਮੈਂ ਉਹ ਪੜ੍ਹਿਆ ਸਾਰਾ ਕੁਛ। ਜਿਵੇਂ ਯੂਸਫ ਜ਼ੁਲੈਖਾ ਦੀ ਤੁਸੀਂ ਕਹਾਣੀ ਪੜ੍ਹੋ, ਅਤੇ ਉਹਦੇ ਵਿੱਚ ਜਿਹੜਾ ਕਿਸੇ ਨਾਇਕ ਨੂੰ ਖੂਹ 'ਚ ਸੁੱਟ ਦੇਣ ਦੀ ਰੂੜੀ ਆ, ਜਾਂ ਕਿਸੇ ਨਾਇਕ ਵੱਲੋਂ ਕਿਸੇ ਰਾਜੇ ਦੇ ਸੁਪਨਿਆਂ ਦੇ ਫਲ ਦੱਸਣ ਦੀ ਰੂੜੀ ਆ, ਜਾਂ ਕਿਸੇ ਨੂੰ ਅੱਗ 'ਚ ਸਾੜ ਦੇਣ ਦੀ ਰੂੜੀ ਆ, ਜਾਂ ਕਿਸੇ ਨੂੰ ਖੂਹ 'ਚ ਸੁੱਟ ਦੇਣ ਦੀ, ਜਾਂ ਤਲਾਬ 'ਚ ਸੁੱਟ ਦੇਣ ਦੀ, ਜਾਂ ਹੋਰ ਕਿਸੇ ਡੂੰਘੇ ਪਾਣੀ ਜਾਂ ਸਮੁੰਦਰਾਂ 'ਚ ਸੁੱਟ ਦੇਣ ਦੀ ਰੂੜੀ ਆ। ਇਹ ਉਹਨਾਂ ਵਿੱਚ ਵੀ ਮਿਲਦੀਆਂ ਨੇ। ਜਾਂ ਫਰਜ਼ ਕਰ ਲਓ ਵੀ ਜਦੋਂ ਯੂਸਫ ਦੇ ਭਰਾ ਨੂੰ ਖੂਹ 'ਚ ਸੁੱਟ ਕੇ ਅਤੇ ਲਹੂ ਨਾਲ ਭਿੱਜਾ ਉਹਦਾ ਕੱਪੜਾ ਜਿਹੜਾ ਜਾਂ ਲਿਬਾਸ ਹੈ ਉਹਦੇ ਪਿਓ ਨੂੰ ਜਾ ਕੇ ਦਿੰਦੇ ਆ, ਅਤੇ ਅਚਾਨਕ ਮੈਨੂੰ ਖਿਆਲ ਆਇਆ, ਮੈਂ ਪੜ੍ਹਿਆ, ਮੈਂ ਕਿਉਂਕਿ ਐਡੀਪਸ ਦੀ ਮਿੱਥ ਵੀ ਮੈਂ ਪੜ੍ਹੀ ਹੋਈ ਆ, ਯੂਨਾਨ ਦੀ ਬੜੀ ਮਸ਼ਹੂਰ, ਦੁਨੀਆ ਦੇ ਐਡੀਪਸ ਦਾ ਦਿਖਾਂਤ ਬਹੁਤ ਮਸ਼ਹੂਰ ਆ। ਅਤੇ ਉਹਦੇ ਬਾਰੇ ਵੀ ਜਦੋਂ ਉਹਦਾ ਜਨਮ ਹੁੰਦਾ ਅਤੇ ਉਹਦੇ ਗਿੱਟੇ ਜਿਹੜੇ ਜੁੜੇ ਹੁੰਦੇ ਆ, ਅਤੇ ਉਹਦਾ ਪਿਓ ਜਿਹੜਾ ਜੋਤੀਆਂ ਨੂੰ ਪੁੱਛਦਾ
ਵੀ ਤੁਸੀਂ ਮੈਨੂੰ ਇਸ ਬੱਚੇ ਦਾ ਜਿਹੜਾ ਭਵਿੱਖ ਹੈ ਉਹਦੇ ਬਾਰੇ ਦੱਸੋ। ਤੇ ਜੋਤਸ਼ੀ ਕਹਿੰਦੇ ਬੱਚਾ ਬੜਾ ਇਹ ਖਤਰਨਾਕ ਆ, ਬਹੁਤ ਭਿਅੰਕਰ ਕਿਸਮ ਦਾ ਬੱਚਾ। ਉਹ ਕਹਿੰਦੇ ਵੀ ਕਿਵੇਂ ਭਿਅੰਕਰ ਕਿਵੇਂ ਆ? ਕਹਿੰਦਾ ਜੀ ਇਹ ਬੱਚੇ ਦਾ ਨਵਿਸਤਾ ਜਿਹੜਾ ਨਾ ਉਹਦੇ 'ਚ ਇਹ ਲਿਖਿਆ ਹੋਇਆ ਵੀ ਇਹਨੇ ਆਪਣੇ ਪਿਓ ਦਾ ਕਤਲ ਕਰਨਾ ਤੇ ਮਾਂ ਨਾਲ ਸ਼ਾਦੀ ਕਰਨੀ ਤੇ ਉਹਦੇ 'ਚੋਂ ਬੱਚੇ ਪੈਦਾ ਕਰਨੇ। ਇਸ ਦੁਨੀਆ ਦਾ ਸਭ ਤੋਂ ਵੱਡਾ ਦੁਖਾਂਤ ਆ। ਤੇ ਜਦੋਂ ਮੈਂ ਪੜ੍ਹਿਆ ਤੇ ਉਹਦੇ ਵਿੱਚ ਮੈਂ ਦੇਖਿਆ ਵੀ ਉਹ ਪਿਓ ਕੀ ਕਰਦਾ ਵੀ ਉਹ ਆਪਣਾ ਜਿਹੜਾ ਭੇਡਾਂ ਚਾਰਨ ਵਾਲਾ ਆ ਜਿਹੜੀ ਆ ਉਹਨੂੰ ਬੱਚਾ ਫੜਾ ਦਿੰਦਾ ਤੇ ਕਹਿੰਦਾ ਵੀ ਤੂੰ ਇਹਨੂੰ ਜਾ ਕੇ ਜੰਗਲ ਦੇ ਵਿੱਚ ਤੇ ਮਾਰ ਕੇ ਸੁੱਟ ਦੇ। ਉੱਥੇ ਦੂਜੇ ਰਾਜੇ ਦਾ ਇੱਕ ਆਉਂਦਾ ਆ ਜਿਹੜੀ ਭੇਡਾਂ ਚਾਰਦਾ, ਉਹਨੂੰ ਪੁੱਛਦਾ ਵੀ ਤੂੰ ਬੱਚੇ ਦਾ ਕੀ ਕਰਨਾ? ਉਹ ਕਹਿੰਦਾ ਵੀ ਬੱਚੇ ਦਾ ਇਹ ਆ, ਮੈਨੂੰ ਹੁਕਮ ਹੋਇਆ ਵੀ ਮੈਂ ਇਹਨੂੰ ਕਤਲ ਕਰ ਦੇਵਾਂ। ਉਹ ਕਹਿੰਦਾ ਵੀ ਤੂੰ ਇੰਜ ਕਰ ਪਏ ਇਹਨੂੰ ਕਤਲ ਨਾ ਕਰ, ਇਹ ਤੂੰ ਮੈਨੂੰ ਦੇ ਦੇ। ਤੇ ਕਹਿੰਦਾ ਫਿਰ ਮੈਨੂੰ ਉਹਨਾਂ ਕਿਹਾ ਤੂੰ ਇਹਨੂੰ ਕਤਲ ਦਾ ਨਿਸ਼ਾਨੀ ਦੱਸਣੀ ਸਾਨੂੰ। ਉਹ ਕਹਿੰਦਾ ਤੂੰ ਇੱਥੇ ਆ ਭੇਡ ਦਾ ਖੂਨ ਖਾਨ ਕੱਢ ਕੇ ਤੇ ਇਹਦੇ ਕੱਪੜੇ ਲਹੂ ਨਾ ਭਿਉਂ ਲਾ ਤੇ ਤੂੰ ਪਿਓ ਨੂੰ ਵਿਖਾ ਦੇ। ਹੁਣ ਇਹ ਜਿਹੜੇ ਨਾ ਲਹੂ ਨਾਲ ਕੱਪੜੇ ਭਿੱਜੇ ਹੋਏ ਕੱਪੜੇ ਮਾਂ ਬਾਪ ਨੂੰ ਵਿਖਾਉਣੇ, ਇਹ ਬੜੀ ਮਹੱਤਵਪੂਰਨ ਰੂੜੀ ਆ। ਸੋ ਇਸੇ ਤਰੀਕੇ ਨਾਲ ਜਿਵੇਂ ਮੈਂ ਦੱਸਿਆ ਯੂਸਫ ਜ਼ੁਲੈਖਾ ਦੀ ਕਹਾਣੀ ਆ, ਸੁਲੇਮਾਨ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਕਹਾਣੀਆਂ। ਸਾਡੇ ਸ਼ਾਹ ਬਹਿਰਾਮ ਜਿਹੜਾ ਵਾ ਉਹਦੀ ਕਥਾ, ਇੱਕ ਉਹਦੀ ਹੂ ਕਥਾ ਜਿਹੜੀ ਹੈ ਨਾ ਉਹ ਵੀ ਸਾਨੂੰ ਬਾਹਰੋਂ ਮਿਲਦੀ ਆ। ਬਹੁਤ ਸਾਰੀਆਂ ਕਹਾਣੀਆਂ ਰੂਪ ਸੰਤ ਦੀ ਵੀ ਹੋਰ ਥਾਂ ਤੋਂ ਬਹੁਤ ਸਾਰਿਆਂ ਨੂੰ ਮਿਲਦੀ ਆ। ਉਹ ਮੈਂ ਫਿਰ ਬਹੁਤ ਸਾਰਿਆਂ ਤਕਰੀਬਨ ਹੁਣ ਤੱਕ ਗਾਂਹ ਵੀ ਲੱਭ ਜਾਣਗੀਆਂ। ਹੁਣ ਤੱਕ ਮੈਂ 50 ਕਿਸਮ ਦੀਆਂ ਰੂੜੀਆਂ ਜਿਹੜੀਆਂ ਨੇ ਨਾ ਉਹਨਾਂ ਦੀ ਪਛਾਣ ਕੀਤੀ ਆ, ਉਹਨਾਂ ਦਾ ਵਰਗੀਕਰਨ ਕੀਤਾ, ਉਹਨਾਂ ਦਾ ਨਾਮਕਰਨ ਕੀਤਾ। ਜਿਵੇਂ ਸੰਖਿਆਤਮਕ ਰੂੜੀਆਂ ਨੇ ਵੀ ਜਿਵੇਂ ਕੋਈ ਕਹਿੰਦਾ ਵੀ ਮੈਂ 12 ਸਾਲ ਮੱਝੀਆਂ ਚਾਰੀਆਂ, 12 ਸਾਲ ਭੋਰੇ 'ਚ ਪਿਆ ਰਿਹਾ, 12 ਸਾਲ ਖੂਹ 'ਚ ਪਿਆ ਰਿਹਾ। ਹੁਣ ਮੈਂ ਦੱਸਣਾ ਚਾਹੁੰਦਾ ਵੀ ਕਈ ਵਾਰ ਰੂੜੀ ਉਹ ਛੋਟਾ ਤੋਂ ਛੋਟਾ ਜਿਹੜਾ ਕਹਾਣੀ ਦਾ ਟੋਟਕਾ ਹੁੰਦਾ ਜਾਂ ਉਹ ਵਾਕ ਹੁੰਦਾ, ਉਹ ਹੁੰਦੀ ਜਿਹੜੀ ਇੱਕ ਦੂਜੀ ਦੇ ਕਹਾਣੀ ਦੇ ਵਿੱਚ ਤੁਰੀ ਰਹਿੰਦੀ ਆ। ਹੁਣ ਜਿਵੇਂ 12 ਦੀ ਰੂੜੀ ਆ, ਅਸੀਂ ਭਾਵੇਂ ਅੱਗੇ ਉਹਨੂੰ ਕਹਿ ਦਿੰਦੇ ਜੀ 12 ਸਾਲ ਮੱਝੀਆਂ ਚਾਰਿਆਂ, ਜਿਵੇਂ ਦੱਸਿਆ ਮੈਂ ਤੁਹਾਨੂੰ 12 ਸਾਲ ਖੂਹ 'ਚ ਰਹੇ। ਜਿਵੇਂ ਫਰਜ਼ ਗੱਲ ਆਪਾਂ ਕਿਸੇ ਨੂੰ 15 ਮਿੰਟ ਹੀ ਡਿੱਕਿਆ ਹੋ ਜਾਂ 5 ਮਿੰਟ ਡਿੱਕਿਆ ਤੇ ਆਪਾਂ ਕਹਿ ਦਿੰਦੇ ਮੈਨੂੰ ਘੰਟਾ ਹੋ ਗਿਆ ਤੈਨੂੰ ਡੀਕਦਿਆਂ ਨੂੰ। ਉਹ ਜਿਹੜੀਆਂ ਹੁੰਦੀਆਂ ਨਾ ਉਹ ਰੂੜੀਆਂ ਬਣ ਜਾਂਦੀਆਂ ਨੇ। ਫਿਰ ਮੈਂ ਦੇਖਿਆ ਵੀ ਪੰਜਾਬੀ ਲੋਕ ਕਹਾਣੀਆਂ ਦੇ ਵਿੱਚ ਜਿਹੜੇ ਲੋਕਾਂ ਨੇ ਰੂੜੀਆਂ ਦੇ ਕੰਮ ਵੀ ਕੀਤਾ ਨਾ, ਅਤੇ ਉਹਨਾਂ ਨੇ ਕੋਸ਼ਿਸ਼ ਤਾਂ ਕੀਤੀ ਆ, ਬੜਾ ਵਧੀਆ ਯਤਨ ਕੀਤਾ ਰੂੜੀਆਂ ਦਾ ਪਛਾਣ ਕਰਨ ਦੀ, ਉਹਨਾਂ ਨੂੰ ਪਰਿਭਾਸ਼ਿਤ ਕਰਨ ਦੀ, ਉਹਨਾਂ ਦਾ ਵਰਗੀਕਰਨ ਕਰਨ ਦੀ। ਪਰ ਮੈਂ ਦੇਖਿਆ ਵੀ ਇੱਕ ਰੂੜੀ ਜਿਹਨੂੰ ਮੈਂ ਸੰਯੋਜਕ ਰੂੜੀ ਦਾ ਨਾਂ ਦਿੱਤਾ, ਉਹ ਰੂੜੀ ਘੱਟ ਹੀ ਲੋਕਾਂ ਨੇ ਫੜੀ ਆ, ਵਿਦਵਾਨਾਂ ਨੇ। ਉਹਦਾ ਉਦਾਹਰਣ ਇਹ ਫਰਜ਼ ਕਰ ਲਓ ਤੁਸੀਂ ਰੁੱਖ ਥੱਲੇ ਬੈਠੇ ਜੇ ਅਤੇ ਉਹਦੇ 'ਤੇ ਤੋਤਾ ਅਤੇ ਮੈਨਾ ਗੱਲਬਾਤ ਕਰ ਰਿਹਾ। ਉਹ ਮੈਨਾ ਪੁੱਛਦੀ ਆ ਮੈਨੂੰ ਆਹ ਦੱਸੋ ਜੀ, ਉਹ ਦੱਸੋ। ਤੋਤਾ ਦੱਸਦਾ ਉਹਨੂੰ ਆਹ ਹੋਣਾ, ਆਹ ਹੋਣਾ, ਉਹ ਹੋਣਾ। ਉਹ ਮੈਂ ਸਮਝਦਾ ਵੀ ਇਹ ਸੰਯੋਜਕ ਰੂੜੀ ਆ। ਭਾਵੇਂ ਆਮ ਲੋਕ ਕਹਾਣੀਆਂ ਦੇ ਵਿੱਚ ਅਸੀਂ ਧਿਆਨ ਨਹੀਂ ਦਿੰਦੇ, ਪਰ ਤੁਸੀਂ ਦੇਖੋ ਕਿਤੇ ਹੰਸ ਅਤੇ ਹੰਸਣੀ ਗੱਲਬਾਤ ਕਰ ਰਹੇ ਆ, ਕਿਤੇ ਸ਼ੇਰ ਅਤੇ ਸ਼ੇਰਨੀ ਗੱਲਬਾਤ ਕਰ ਰਹੇ ਆ, ਕਿਤੇ ਤੋਤਾ ਅਤੇ ਮੈਨਾ ਗੱਲਬਾਤ ਕਰ ਰਹੇ ਆ, ਜਾਂ ਕਿਤੇ ਕਬੂਤਰ ਗੱਲਬਾਤ ਕਰ ਰਹੇ ਆ। ਮੈਂ ਉਹਨਾਂ ਦੀ ਵੀ ਪਛਾਣ ਕੀਤੀ। ਮੇਰਾ ਖਿਆਲ ਆ ਮੈਂ ਰੂੜੀਆਂ ਬਾਰੇ ਗੱਲ ਲੰਮੀ ਕਰ ਦਿੱਤੀ ਆ। ਪਿਛਲੇ ਸਾਲਾਂ ਦੇ ਵਿੱਚ ਮੈਂ ਜਿਹੜਾ ਕੰਮ ਕੀਤਾ, ਮੈਂ ਆਪਣੇ ਆਪ ਤਾਂ ਨਹੀਂ ਕਹਿਣਾ ਚਾਹੁੰਦਾ ਵੀ ਬੜਾ ਮਹੱਤਵਪੂਰਨ ਕੰਮ ਕਰ ਦਿੱਤਾ, ਪਰ ਮੈਨੂੰ ਇਸ ਗੱਲ ਦੀ ਜਿਹੜੀ ਆ ਨਾ ਮਤਲਬ ਮਾਣ ਵੀ ਆ, ਔਰ ਮੈਂ ਕੋਸ਼ਿਸ਼ ਵੀ ਕੀਤੀ ਆ। ਜਿਹੜਾ ਮੈਂ ਇੱਕ ਕੰਮ ਕੀਤਾ ਵੀ ਮੈਂ ਵਾਦ ਕੋਸ਼ ਤਿਆਰ ਕੀਤਾ, ਕਿਉਂਕਿ ਅਸੀਂ ਪੰਜਾਬੀ ਸਾਹਿਤ ਜਗਤ ਵਿੱਚ ਜਾਂ ਪੰਜਾਬੀ ਖੋਜ ਵਿੱਚ ਵਾਦਾਂ ਦੀ ਤਾਂ ਬੜੀ ਗੱਲ ਕਰਦੇ ਹਾਂ, ਪਰ ਵਾਦਾਂ ਦਾ ਗੈਰ ਗੰਭੀਰ ਗਿਆਨ ਜਾਂ ਅਧਿਐਨ ਜਾਂ ਪਛਾਣ ਉਹ ਬਹੁਤ ਘੱਟ ਵਿਦਵਾਨਾਂ ਨੂੰ ਹੈਗਾ। ਬਾਕੀ ਅਸੀਂ ਉਹ ਵਾਦ ਜਿਹੜੇ ਆ ਨਾ ਉਹਨਾਂ ਅਨੁਸਾਰ ਆਲੋਚਨਾ ਵੀ ਕਰੀ ਜਾਂਦੇ ਹਾਂ ਅਤੇ
ਉਹਨਾਂ ਤੇ PhD'ਆਂ ਵੀ ਕਰੀ ਜਾਂਦੇ ਆ। ਤੇ ਮੈਂ ਸੋਚਿਆ ਵੀ ਇਹਨੂੰ ਬਹੁਤ ਹੀ ਸੰਖੇਪ ਤੇ ਬਹੁਤ ਸੌਖੀ ਭਾਸ਼ਾ ਵਿੱਚ ਉਦਾਹਰਨਾਂ ਸਹਿਤ ਜਿਹੜੀ ਬੱਚਿਆਂ ਨੂੰ ਤੇ ਸਧਾਰਨ ਪਾਠਕਾਂ ਨੂੰ ਵੀ ਸਮਝ ਆ ਜਾਵੇ, ਉਸ ਭਾਸ਼ਾ ਵਿੱਚ ਮੈਂ ਉਹ ਵਾਦ ਕੋਸ਼ ਬਣਾਇਆ, ਜਿਹਦੇ ਵਿੱਚ ਮੈਂ ਕੋਈ 125 ਵਾਦ ਲੈ ਕੇ ਤੇ ਉਹਨਾਂ ਬਾਰੇ ਜ਼ਿਕਰ ਕੀਤਾ ਤੇ ਔਰ ਦੱਸਿਆ ਵੀ ਆ, ਔਰ ਵਿਦਵਾਨਾਂ ਵੱਲੋਂ ਅਤੇ ਵਿਦਿਆਰਥੀਆਂ ਵੱਲੋਂ ਇਹ ਜਿਹੜਾ ਵਾਦ ਕੋਸ਼ ਆ ਇਹਦੀ ਉਹਨਾਂ ਨੇ ਬੜੀ ਪ੍ਰਸ਼ੰਸਾ ਵੀ ਕੀਤੀ ਔਰ ਉਹਨਾਂ ਦੇ ਕੰਮ ਵੀ ਬੜਾ ਆਇਆ ਔਰ ਉਹਨਾਂ ਨੇ ਪਸੰਦ ਵੀ ਬੜਾ ਕੀਤਾ। ਇੱਕ ਗੱਲ ਆ। ਦੂਜਾ ਜਿਹੜਾ ਮੈਂ ਕੰਮ ਕੀਤਾ ਉਹ ਇਹ ਹੈ ਵੀ ਮੈਂ 3 ਕਿਤਾਬਾਂ ਯੁੱਗ ਚਿੰਤਕਾਂ ਬਾਰੇ ਲਿਖੀਆਂ। ਉਹਦੇ ਬਾਰੇ ਵੀ ਮੈਂ ਵੇਖਿਆ ਵੀ ਸਾਡੇ ਜਿਹੜੇ ਵਿਦਵਾਨ ਨੇ ਜਾਂ ਵਿਦਿਆਰਥੀ ਨੇ, ਜਿਨ੍ਹਾਂ 'ਚ ਮੈਂ ਵੀ ਸ਼ਾਮਲ ਸੀ, ਅਸੀਂ ਸੁਕਰਾਤ ਬਾਰੇ, ਪਲੇਟੋ ਬਾਰੇ, ਅਰਸਤੂ ਬਾਰੇ ਜਾਂ ਥੇਲਜ਼ ਬਾਰੇ ਜਾਂ ਅਨੈਕਸਾਗੋਰਸ ਬਾਰੇ ਜਾਂ ਚੌਮਨਸਕੀ ਬਾਰੇ ਜਾਂ ਰੂਸੋ ਬਾਰੇ ਸਾਰੇ ਗੱਲਾਂ ਤੇ ਕਰਦੇ ਰਹਿੰਦੇ ਸੀ, ਪਰ ਉਹਨਾਂ ਦਾ ਜੀਵਨ ਕੀ ਸੀ ਤੇ ਉਹਨਾਂ ਦੇ ਫਲਸਫੇ ਕੀ ਸਨ, ਕੀ ਸੀ ਉਹ ਵਿਚਾਰ ਵਟਾਂਦਰਾ ਕਰਦੇ, ਕੀ ਵਿਚਾਰ ਸੀ ਉਹਨਾਂ ਦਾ। ਹੁਣ ਜਿਵੇਂ ਮਤਲਬ ਆਪਣਾ ਸੁਕਰਾਤ ਹੈ, ਮੈਂ ਗੁਰੂ ਸਾਹਿਬਾਂ ਤੋਂ ਬਾਅਦ ਜੇ ਮੈਂ ਬਹੁਤ ਪ੍ਰਭਾਵਿਤ ਹਾਂ ਨਾ, ਤਾਂ ਮੈਂ ਸੁਕਰਾਤ ਤੋਂ ਬੜਾ ਪ੍ਰਭਾਵਿਤ ਹਾਂ। ਇੰਨਾ ਮੈਂ ਉਹਨਾਂ ਤੋਂ ਪ੍ਰਭਾਵਿਤ ਹਾਂ ਤੇ ਮੈਂ ਕੀ ਕੀਤਾ, ਪਹਿਲਾਂ ਤਾਂ ਮੈਂ ਸੁਕਰਾਤ ਸਾਹਿਬ ਹੋਣਾ ਤੇ ਇੱਕ ਨਾਟਕ ਲਿਖਿਆ। ਹਾਲਾਂਕਿ ਨਾਟਕ ਮੇਰਾ ਖੇਤਰ ਨਹੀਂ ਹੈਗਾ ਸੀ। ਉਸ ਨਾਟਕ ਰਾਹੀਂ ਮੈਂ ਪਲੇਟੋ, ਅਰਸਤੂ, ਜ਼ੀਨੋਫੈਨ, ਕਰਾਈਟੋ ਅਤੇ ਹੋਰ ਜਿਹੜੇ ਉਹਦੇ ਸਾਥੀ ਸੀ, ਉਹਨਾਂ ਦਾ ਆਪਸ ਵਿੱਚ ਡਾਇਲਾਗ ਕਰਵਾ ਕੇ ਜਾਂ ਸੁਕਰਾਤ ਦੇ ਬਾਪ ਦੀ ਗੱਲਬਾਤ, ਜਿਹੜਾ ਆਪ ਵਧੀਆ ਬੁੱਤ ਘਾੜੇ ਸਨ। ਔਰ ਮੈਂ ਤਾਂ ਹੈਰਾਨ ਹੁੰਦਾ ਜਦੋਂ ਮੈਂ ਸੁਕਰਾਤ ਹੋਣਾ ਬਾਰੇ ਪੜ੍ਹਦਾ, ਜਦੋਂ ਸੁਕਰਾਤ ਜੀ ਛੋਟੇ ਸੀਗੇ, ਪੜ੍ਹਨ ਜਾਂਦੇ ਹੁੰਦੇ ਸੀਗੇ ਕਰਾਈਟੋ ਦੇ ਨਾਲ। ਸੁਕਰਾਤ ਉਹਨਾਂ ਨੇ ਪਹਿਲਾਂ, ਉਹਨਾਂ ਦਾ ਬਾਪ ਜਿਹੜਾ ਬੁੱਤ ਘੜਦਾ ਸੀ ਅਤੇ ਉਹ ਛੋਟਾ ਬੱਚਾ ਜਦੋਂ ਪਿਓ ਨੂੰ ਬੁੱਤ ਘੜਦਿਆਂ ਦੇਖਦਾ ਅਤੇ ਉਹ ਉਹਨਾਂ ਨੂੰ ਸਵਾਲ ਕਰਦਾ, ਪਿਤਾ ਜੀ ਤੁਸੀਂ ਆ ਪੱਥਰ ਵਿੱਚੋਂ ਬੁੱਤ ਕਿਸ ਤਰ੍ਹਾਂ ਕੱਢ ਲੈਂਦੇ ਜੇ, ਕਿਸ ਤਰ੍ਹਾਂ ਕੱਢਦੇ ਆ? ਉਹ ਕਹਿੰਦਾ ਬੇਟੇ ਬੁੱਤ ਤਾਂ ਪਹਿਲਾਂ ਹੀ ਪੱਥਰ 'ਚ ਹੁੰਦਾ, ਮੈਂ ਤਾਂ ਵਾਧੂ ਉਹਦਾ ਪੱਥਰ ਹੀ ਝਾੜਦਾ। ਹੁਣ ਕਿੱਡੀ ਵੱਡੀ ਗੱਲ ਹੈ ਕਿ ਜਿਹਦਾ ਪਿਓ ਇੰਨਾ ਵਧੀਆ ਜਵਾਬ ਦੇ ਸਕਦਾ। ਫਿਰ ਉਹਨਾਂ ਦੀ ਜਿਹੜੀ ਮਾਤਾ ਜੀ, ਉਹ ਕਹਿੰਦਾ ਵੀ ਮਾਂ ਉਹ ਦਾਈ ਦਾ ਕੰਮ ਕਰਦੀ ਸੀ ਅਤੇ ਉਹ ਕਹਿੰਦਾ, ਸੁਕਰਾਤ ਛੋਟਾ ਬੱਚਾ ਸੀ ਅਤੇ ਉਹਨੂੰ ਪੁੱਛਾ ਵੀ ਮਾਤਾ ਤੂੰ ਆਹ ਛੋਟੇ ਛੋਟੇ ਬੱਚੇ ਕਿੱਥੋਂ ਲੈ ਆਉਂਦੀ ਆ? ਉਹ ਕਹਿੰਦੀ ਪੁੱਤਰ ਮੈਂ ਨਹੀਂ ਲੈ ਕੇ ਆਉਂਦੀ, ਮੈਂ ਤਾਂ ਬੱਚਿਆਂ ਨੂੰ ਦੇਹੀ ਦੀ ਕੈਦ 'ਚੋਂ ਆਜ਼ਾਦ ਕਰਾਉਂਦੀ ਹਾਂ। ਹੁਣ ਤੁਸੀਂ ਦੱਸੋ ਵੀ ਜਿਹਦਾ ਮਾਂ ਬਾਪ ਇੰਨੇ ਵਧੀਆ ਸਿਆਣਪ ਦੀਆਂ ਗੱਲਾਂ ਰੱਖਦਾ ਹੋਵੇ। ਹੁਣ ਹੋਰ ਦੇਖੋ, ਇੱਕ ਦਿਨ ਉਹ ਸਕੂਲ ਜਾ ਰਹੇ ਸੀ ਕਰਾਈਟੋ ਅਤੇ ਆਪਣਾ ਸੁਕਰਾਤ, ਅਤੇ ਸੁਕਰਾਤ ਦੀ ਆਦਤ ਇਹ ਸੀ, ਉਹ ਜਿੱਥੇ ਵੀ ਖਲੋਂਦਾ ਸੀ ਜਾ ਕੇ ਨਾ ਮਤਲਬ ਹਰ ਚੀਜ਼ ਦਾ ਨਾ ਬਹੁਤ ਗੈਰ ਗੰਭੀਰ ਮੁਤਾਲਿਆ ਕਰਦਾ ਸੀ, ਸਵਾਲ ਕਰਦਾ ਸੀ ਉਹਦੇ 'ਤੇ। ਅਤੇ ਉੱਥੇ ਇੱਕ ਮੌਸ ਘੁਮਿਆਰ ਜਿਹੜਾ ਸੀਗਾ, ਉਹ ਭਾਂਡੇ ਬਣਾਉਣ ਡਿਆ। ਉਹ ਜਾ ਕੇ ਉਹਨੂੰ ਕਹਿੰਦਾ, ਬਜ਼ੁਰਗੋ ਗੱਲ ਇਹ ਆ, ਮੈਨੂੰ ਤੁਸੀਂ ਇਹ ਦੱਸੋ, ਆ ਤੁਸੀਂ ਜਿਹੜੀ ਸੁਰਾਹੀ ਬਣਾਈ ਆ, ਸੁਰਾਹੀ ਬਣਾਈ ਆ, ਅਤੇ ਸੁਰਾਹੀ ਦੀ ਜਿਹੜੀ ਤੁਸੀਂ ਸ਼ੇਪ ਬਣਾਈ ਜਾਂ ਮੂਰਤ ਬਣਾਈ ਆ, ਇਹ ਮੂਰਤ ਤੁਹਾਡੇ ਦਿਮਾਗ ਵਿੱਚ ਸੀ? ਤੁਸੀਂ ਆਪਣੇ ਦਿਮਾਗ 'ਚੋਂ ਇਹ ਮਿੱਟੀ 'ਚ ਭੇਜੀ ਆ ਕਿ ਕੀ ਤੁਸੀਂ ਮਿੱਟੀ 'ਚ ਆ ਮੂਰਤ ਤੇ ਤੁਸੀਂ ਬਾਹਰ ਕੱਢ ਲਈ ਆ? ਉਹ ਕਹਿੰਦਾ, ਘੁਮਿਆਰ ਕਹਿੰਦਾ ਵੀ
ਬੇਟੇ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ, ਅਤੇ ਮੈਂ ਤਾਂ ਜੋ ਭਾਂਡੇ ਬਣਾਉਣਾ ਮੈਂ ਤਾਂ ਬਣਾ ਦੇਣਾ, ਮੈਨੂੰ ਨਹੀਂ ਪਤਾ। ਫਿਰ ਸਵਾਲ ਕਰਦਾ ਵੀ ਤੁਸੀਂ ਮੈਨੂੰ ਇਹ ਦੱਸੋ, ਆਹ ਜਿਹੜੀਆਂ ਤੁਸੀਂ ਸੁਰਾਹੀਆਂ ਬਣਾਈਆਂ ਇਹਨਾਂ 'ਚੋਂ ਸਭ ਤੋਂ ਖੂਬਸੂਰਤ ਕਿਹੜੀ ਆ? ਉਹ ਕਹਿੰਦਾ ਵੀ ਮੇਰੇ ਹਿਸਾਬ ਨਾਲ ਤਾਂ ਸਾਰੀਆਂ ਹੀ ਖੂਬਸੂਰਤ ਹੈ। ਉਹ ਕਹਿੰਦਾ ਨਹੀਂ, ਫਿਰ ਵੀ ਆ ਵੀ ਤੁਸੀਂ ਦੱਸੋ ਮੈਨੂੰ ਵੀ ਸਭ ਤੋਂ ਖੂਬਸੂਰਤ ਕਿਹੜੀ ਹੈ? ਉਹ ਕਹਿੰਦਾ ਸਭ ਤੋਂ ਖੂਬਸੂਰਤ ਤਾਂ ਫਿਰ ਉਹ ਹੋਈ ਨਾ ਜਿਹਦੇ ਵਿੱਚੋਂ ਜਾਮ ਗਲਾਸ 'ਚ ਪਾਉਣ ਲੱਗਿਆ ਡੁੱਲੇ ਨਾ। ਉਹ ਕਹਿੰਦਾ ਵੀ ਇਹਦਾ ਮਤਲਬ ਇਹ ਹੋਇਆ ਵੀ ਜਿਹੜੀ ਚੀਜ਼ ਜਿਸ ਕੰਮ ਲਈ ਬਣਾਈ ਆ, ਜੇ ਉਹ ਆਪਣਾ ਪੂਰਾ ਕੰਮ ਕਰਦੀ ਆ ਉਹ ਹੀ ਖੂਬਸੂਰਤ ਆ। ਅਤੇ ਅੱਗੇ ਜਾ ਕੇ ਉਹ ਸੁਕਰਾਤ ਦੀ, ਜਦੋਂ ਲੋਕ ਜਿਹੜੇ ਨਾ ਸੁਕਰਾਤ ਕੋਲ ਸਾਰਾ ਸ਼ਹਿਰ ਚਾਹੁੰਦਾ ਵੀ ਕੋਈ ਨਾ ਕੋਈ ਸੁਕਰਾਤ ਨੂੰ ਹਰਾ ਦੇ, ਦਲੀਲਾਂ ਦੇ ਵਿੱਚ, ਤਰਕ ਦੇ ਵਿੱਚ ਹਰਾ ਦੇਵੇ। ਔਰ ਸ਼ਹਿਰ ਦੇ ਬੜੇ ਬੜੇ ਜਿਹੜੇ ਸਿਆਣੇ ਸੀ ਉਹ ਬੜੇ ਬੜੇ ਬੰਦੇ ਲੱਭ ਕੇ ਲਿਆਉਂਦੇ ਸੀ ਅਤੇ ਉਹਦੇ ਨਾਲ ਵਿਚਾਰ ਵਟਾਂਦਰਾ ਕਰਾਉਂਦੇ ਵੀ ਤੁਸੀਂ ਦੱਸੋ ਵੀ ਮਤਲਬ ਇਹਨੂੰ ਹਰਾਉਣਾ ਹੀ ਹਰਾਉਣਾ। ਅਤੇ ਉਹ ਸ਼ਹਿਰ ਦਾ ਇੱਕ ਮੁੰਡਾ ਬੜਾ ਖੂਬਸੂਰਤ ਸੀ, ਟਰਬੋਲਸ ਉਹਦਾ ਨਾਂ ਸੀ। ਉਹ ਟਰਬੋਲਸ ਖੂਬਸੂਰਤ ਸੀ ਅਤੇ ਉਹ ਸੁਕਰਾਤ ਕੋਲ ਲੈ ਆਏ ਉਹਨੂੰ। ਉਹ ਕਹਿੰਦੇ ਆ ਵੀ ਸੁਕਰਾਤ, ਵੀ ਜੇ ਤੂੰ ਹੁਣ ਇਹ ਸਿੱਧ ਕਰਦੇ ਆ ਵੀ ਦਲੀਲਾਂ ਨਾਲ ਵੀ ਤੂੰ ਇਹਦੇ ਤੋਂ ਖੂਬਸੂਰਤ ਆ, ਕਿਉਂਕਿ ਸੁਕਰਾਤ ਕੋਈ ਬਹੁਤਾ ਖੂਬਸੂਰਤ ਨਹੀਂ ਸੀ ਹੈਗਾ। ਵੱਡੇ ਵੱਡੇ ਬੁੱਲ ਸੀ, ਵੱਡਾ ਵੱਡਾ ਨੱਕ ਸੀਗਾ ਅਤੇ ਬਾਹਰ ਨੂੰ ਨਿਕਲੀਆਂ ਅੱਖਾਂ ਸੀ। ਉਹ ਕਹਿੰਦਾ ਵੀ ਮੈਂ ਭਾਈ ਮੈਂ ਤਾਂ ਸਮਝਦਾ ਮੰਨਦਾ ਵਾਂ ਵੀ ਇਹ ਮੇਰੇ ਤੋਂ ਖੂਬਸੂਰਤ ਆ, ਅਤੇ ਤੁਸੀਂ ਫਿਰ ਵੀ ਕਿਉਂ ਜਿੱਤਦੇ ਜੇ? ਕਹਿੰਦਾ ਹੁਣ ਤੂੰ ਹਾਰ ਗਿਆ ਨਾ। ਉਹ ਕਹਿੰਦਾ ਚਲੋ ਜੇ ਇਹੋ ਜਿਹੀ ਗੱਲ ਹੈ ਤਾਂ 2 ਜੱਜ ਇੱਧਰ ਬਹਾ ਲਓ, 2 ਇੱਧਰ ਬਹਾ ਲਓ ਅਤੇ ਇਹਨੂੰ ਸਾਹਮਣੇ ਬਹਾ ਦਿਓ ਮੇਰੇ। ਅਤੇ ਉਹ ਉਹਨੂੰ ਟਰਬੋਲਸ ਨੂੰ ਪੁੱਛਦਾ ਵੀ ਆਪਣਾ ਟਰਬੋਲਸ ਮੈਨੂੰ ਤੂੰ ਇਹ ਦੱਸ ਵੀ ਔਰਤਾਂ ਅਤੇ ਮਰਦਾਂ ਤੋਂ ਬਗੈਰ ਵੀ ਕੋਈ ਚੀਜ਼ਾਂ ਖੂਬਸੂਰਤ ਹੁੰਦੀਆਂ? ਉਹ ਕਹਿੰਦਾ ਹੁੰਦੀਆਂ। ਉਹ ਕਹਿੰਦਾ ਕਿਹੜੀਆਂ ਕਿਹੜੀਆਂ? ਉਹ ਕਹਿੰਦਾ ਜਿਵੇਂ ਘੋੜੇ ਆ, ਘੋੜੀਆਂ ਨੇ, ਗਊਆਂ ਨੇ, ਬਲਦ ਨੇ, ਖੂਬਸੂਰਤ ਹੁੰਦੇ ਆ। ਉਹ ਕਹਿੰਦਾ ਇਹ ਤਾਂ ਹੋਈਆਂ ਨਾ ਜਾਨਦਾਰ ਚੀਜ਼ਾਂ, ਬੇਜਾਨ ਚੀਜ਼ਾਂ ਵੀ ਖੂਬਸੂਰਤ ਹੁੰਦੀਆਂ ਨੇ। ਉਹ ਕਹਿੰਦਾ ਕਿਵੇਂ ਹੁੰਦੀਆਂ ਨੇ? ਕਹਿੰਦਾ ਕਿਵੇਂ? ਕਹਿੰਦਾ ਜਿਵੇਂ ਢਾਲਾਂ ਨੇ, ਜਿਵੇਂ ਤਲਵਾਰਾਂ ਨੇ, ਜਿਵੇਂ ਨੇਜੇ ਨੇ। ਉਹ ਕਹਿੰਦਾ ਉਹ ਕਿਸ ਤਰ੍ਹਾਂ ਖੂਬਸੂਰਤ ਹੋਈਆਂ? ਉਹ ਕਹਿੰਦਾ ਢਾਲ ਜੇ ਚੰਗਾ ਵਾਰ ਰੋਕਦੀ ਆ ਅਤੇ ਉਹ ਖੂਬਸੂਰਤ ਆ, ਨੇਜਾ ਜੇ ਚੰਗਾ ਵਿੰਨ੍ਹਦਾ ਅਤੇ ਉਹ ਖੂਬਸੂਰਤ ਆ, ਤਲਵਾਰ ਜੇ ਚੰਗੀ ਕੱਟਦੀ ਆ ਅਤੇ ਉਹ ਖੂਬਸੂਰਤ ਆ। ਉਹ ਕਹਿੰਦਾ ਇਹਦਾ ਮਤਲਬ ਇਹ ਹੋਇਆ ਵੀ ਖੂਬਸੂਰਤ ਚੀਜ਼ ਉਹ ਆ ਜਿਹੜੀ ਜਿਸ ਕੰਮ ਲਈ ਬਣਾਈ ਗਈ ਆ ਅਤੇ ਉਹ ਕੰਮ ਚੰਗਾ ਕਰੇ। ਉਹ ਕਹਿੰਦਾ ਹਾਂ ਮੈਂ ਮੰਨਦਾ ਏ ਵੀ ਜਿਹੜੀ ਚੀਜ਼ ਜਿਸ ਕੰਮ ਲਈ ਬਣਾਈ ਗਈ ਆ ਉਹ ਖੂਬਸੂਰਤ ਆ। ਕਹਿੰਦਾ ਹੁਣ ਮੈਨੂੰ ਇਹ ਦੱਸ, ਤੇਰੀਆਂ ਅੱਖਾਂ ਵੇਖ ਚੁੰਨੀਆਂ ਚੁੰਨੀਆਂ ਜੀਆਂ, ਮੇਰੀਆਂ ਬਾਹਰ ਨੂੰ ਨਿਕਲੀਆਂ, ਇਹ ਉੱਤੇ ਵੀ ਵੇਖ ਸਕਦੇ ਹਾਂ, ਸਮਾਨ ਵਾਲੇ ਵੀ ਵੇਖਦੇ ਹਾਂ, ਠਾਂ ਵੀ ਵੇਖ ਸਕਦੇ, ਉੱਧਰ ਵੀ ਵੇਖ ਸਕਦੀਆਂ। ਅਤੇ ਹੁਣ ਤੂੰ ਮੈਨੂੰ ਇਹ ਦੱਸ ਤੇਰੀਆਂ ਅੱਖਾਂ ਸੋਹਣੀਆਂ ਕਿ ਮੇਰੀਆਂ? ਹੈਂ? ਉਹ ਕਹਿੰਦਾ ਜੀ ਇਸ ਹਿਸਾਬ ਨਾਲ ਤਾਂ ਤੁਹਾਡੀਆਂ ਅੱਖਾਂ ਸੋਹਣੀਆਂ। ਕਹਿੰਦਾ ਹੁਣ ਨੱਕ ਵੇਖ ਮੇਰਾ, ਐਂ ਤਾਂ ਨੂੰ ਫੁੱਲਿਆ, ਹਵਾ ਜਿਹੜੀ ਆ ਫਰਨ ਫਰਨ ਕਰਕੇ ਅੰਦਰ ਜਾਂਦੀ ਆ, ਫਰਨ ਫਰਨ ਕਰਕੇ ਬਾਹਰ ਆਉਂਦੀ ਆ। ਅਤੇ ਆ ਤੇਰਾ ਕੀ ਆ ਨੱਕ ਚੁੰਨਾ ਜਾਂ ਫੂਨਾ ਜਿਹਾ ਹੈ? ਅਤੇ ਇਹਦੇ ਨਾਲ ਇਸ ਹਿਸਾਬ ਨਾਲ ਤੂੰ ਮੈਨੂੰ ਇਹ ਦੱਸ ਵੀ ਤੇਰਾ ਨੱਕ ਸੋਹਣਾ ਕਿ ਮੇਰਾ ਸੋਹਣਾ? ਉਹ ਕਹਿੰਦਾ ਇਸ ਹਿਸਾਬ ਨਾਲ ਤਾਂ ਤੁਹਾਡਾ ਹੀ ਸੋਹਣਾ ਵਾ। ਫਿਰ ਉਹ ਕਹਿੰਦਾ ਮੇਰੇ ਬੁੱਲ ਵੇਖ ਕਿਹੜੇ ਕਿਹੜੇ ਮੋਟੇ ਆ। ਉਹ ਕਹਿੰਦਾ ਜੀ ਹੁਣ ਤੁਸੀਂ ਕਹੋਗੇ ਵੀ ਮੈਂ 8 ਬੁਰਕੀਆਂ ਕਰਦਾ ਰੋਟੀ ਦੀਆਂ ਅਤੇ ਤੁਸੀਂ 2 ਬੁਰਕੀਆਂ 'ਤੇ ਖਾ ਲੈਂਦਾ। ਉਹ ਕਹਿੰਦਾ ਗੱਲ ਇਹ ਨਹੀਂ ਹੈਗੀ, ਅਤੇ ਗੱਲ ਇਹ ਹੈਗਾ ਵੀ ਕਿਸੇ ਦਾ ਬੁੱਗਾ ਹੀ ਲੈਣਾ ਪੈ ਜਾਂਦਾ ਹੈਂ, ਅਤੇ ਤੂੰ ਆ ਪਤਲੇ ਪਤਲੇ ਬੁੱਲਾਂ ਨਾਲ ਕੀ ਬੁੱਗੀ ਲਾਏਗਾ? ਉਹ ਉੱਠ ਕੇ ਭੱਜ ਜਾਂਦਾ। ਕਹਿੰਦਾ ਇਸ ਹਿਸਾਬ ਨਾਲ ਤੂੰ ਥੱਲੇ ਤੱਕ ਜਾਂਦਾ ਮੈਨੂੰ ਜਨਾਨੀ ਸਿੱਧ ਕਰ ਦੇਗਾ। ਸੋ ਉਹ ਗੱਲ ਮੈਂ ਪਤਾ ਨਹੀਂ ਫਿਲਾਸਫਰਾਂ ਦਾ ਕਰਦਾ ਕਿੱਧਰ ਨੂੰ ਲੈ ਗਿਆ। ਸੋ ਇਸ ਤਰੀਕੇ ਨਾਲ ਮੈਂ ਬੜੇ ਸੰਖੇਪ ਅਤੇ ਸਪਸ਼ਟ ਅਤੇ ਸੌਖੇ ਸ਼ਬਦਾਂ ਵਿੱਚ
ਇਹ ਜਿਹੜੇ ਫਿਲਾਸਫਰ ਸੀਗੇ ਉਹਨਾਂ ਦੀ ਫਿਲਾਸਫੀ ਬਾਰੇ ਦੱਸਿਆ, ਉਹਨਾਂ ਦੇ ਜੀਵਨ ਬਾਰੇ ਦੱਸਿਆ, ਅਤੇ ਸੁਕਰਾਤ ਦਾ ਬੜਾ ਪ੍ਰਭਾਵ ਮੇਰੇ ਦਾ। ਅਤੇ ਮੇਰੇ ਐਕਸਪਰਟ ਸੀਗੇ ਡਾਕਟਰ ਮਹਿੰਦਰ ਸਿੰਘ ਰੰਧਾਵਾ, ਡਾਕਟਰ ਤਰਲੋਕ ਸਿੰਘ ਕੰਵਰ ਅਤੇ ਡਾਕਟਰ ਦਲੀਪ ਸਿੰਘ ਦੀਪ ਗੁਜ਼ਰ ਗਏ। ਉਹਨਾਂ ਨੂੰ ਇੰਨੇ ਪਸੰਦ ਆਏ ਉਹ ਮੇਰੇ ਜਿਹੜਾ ਥੀਸਿਸ ਸੀਗਾ, ਉਹਨਾਂ ਨੇ ਕਾਪੀਆਂ ਵਾਪਸ ਨਹੀਂ ਭੇਜੀਆਂ। ਅੱਛਾ, ਰਿਪੋਰਟਾਂ ਭੇਜ ਦਿੱਤੀਆਂ, ਥੀਸਿਸ ਨਹੀਂ ਵਾਪਸ ਭੇਜੇ। ਅਤੇ ਮੇਰਾ ਜਿਹੜਾ ਵਾਇਵਾ ਲਿਆ ਸੀ ਉਹ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੇ ਅੱਛਾ ਲਿਆ ਸੀ, ਔਰ ਉਹਨੇ ਇੰਨਾ ਪਸੰਦ ਕੀਤਾ, ਬਹੁਤ ਖੁਸ਼ ਹੋਇਆ ਸੀ ਉਹ। ਹੁਣ ਤੁਸੀਂ ਸਵਾਲ ਇਹ ਕਰ ਸਕਦੇ ਜੇ ਵੀ ਤੁਸੀਂ ਆਪਣੇ ਥੀਸਿਸ 'ਚੋਂ ਕੱਢਿਆ ਪਾਇਆ ਕੀ ਆ? ਉਹਦੇ ਵਿੱਚ ਇੱਕ ਤਾਂ ਮੇਰਾ ਨਾ ਥੀਸਿਸ ਜਿਹੜਾ ਸਾਰਾ ਰੂਸ ਦਾ ਲੋਕਧਾਰਾ ਸ਼ਾਸਤਰੀ ਹੋਇਆ, ਬੇਸਿਕਲੀ ਤੇ ਉਹ ਭਾਸ਼ਾ ਵਿਗਿਆਨੀ ਸੀ ਵਲਾਦੀਮੀਰ ਪ੍ਰਾਓਪ ਅਤੇ ਗਰੇਮਾਸ, ਇਹਨਾਂ ਦੇ ਮਾਡਲਾਂ ਦੇ ਉੱਤੇ ਆਧਾਰਿਤ ਆ। ਹੁਣ ਤੈਨੂੰ ਮੈਂ ਸੰਰਚਨਾਵਾਦ ਬਾਰੇ ਵੀ ਗੱਲ ਕਰ ਦਿੰਦਾ। ਹੁਣ ਤੁਸੀਂ ਇਹ ਦੇਖੋ ਵੀ ਸਾਡੇ ਕੋਲ ਅੰਕ ਕਿੰਨੇ ਆ? 9 ਅੰਕ ਆ ਨਾ, 1 0 ਆ, 0। ਤੁਸੀਂ ਸਾਰੀ ਦੁਨੀਆ ਦੇ ਕੰਪਿਊਟਰ ਲਾ ਲਓ, ਇਹਨਾਂ ਨਾਲ ਹਿਸਾਬ ਕਿਤਾਬ ਕਰੀ ਜਾਓ, ਇਹ ਮੁੱਕ ਸਕਦੇ? ਕਿਉਂ ਨਹੀਂ ਮੁੱਕਦੇ? ਕੀ ਕਾਰਨ ਹੈ ਮੁੱਕਦੇ ਕਿਉਂ ਨਹੀਂ? ਤੁਹਾਡੇ ਕੋਲ ਅੰਗਰੇਜ਼ੀ ਦੇ 26 ਅੱਖਰ ਆ, ਤੁਹਾਡੇ ਕੋਲ ਪੰਜਾਬੀ ਦੇ 35 ਅੱਖਰ ਆ, ਤੁਹਾਡੇ ਕੋਲ ਹੋਰ ਕਿਸੇ ਭਾਸ਼ਾ ਦੇ 30 ਅੱਖਰ ਆ। ਤੁਸੀਂ ਸਾਰੇ ਕੰਪਿਊਟਰ ਦੇ ਉੱਤੇ ਬੜੇ ਬੜੇ ਗ੍ਰੰਥ ਲਿਖ ਲਓ, ਇਹ ਮੁੱਕ ਜਾਣਗੇ? ਨਹੀਂ ਨਾ। ਇਹੋ ਹੀ ਸੰਰਚਨਾਵਾਦ ਕਹਿੰਦਾ। ਸੰਰਚਨਾਵਾਦ ਨੇ ਕੀ ਕੀਤਾ, ਉਹ ਹਰ ਬਰਤਾਂਤ ਦੇ, ਅਸੀਂ ਉਹਨੂੰ ਅੱਖਰ ਕਹਿ ਲਓ, ਵੈਸੇ ਉਹ ਤਾਂ ਆਪਣੀ ਭਾਸ਼ਾ ਉਹਨਾਂ ਦੀ ਵੱਖਰੀ ਆ, ਉਹਨਾਂ ਨੂੰ ਅਕਤਾਂਤ ਕਹਿੰਦੇ, ਅਕਤਾਂਤ। ਉਹ 6 ਨੇ। ਉਹ 6 ਜਿਹੜੇ ਆ ਨਾ, 6ਾਂ ਦੇ ਕੰਬੀਨੇਸ਼ਨ ਪਰਮੂਟੇਸ਼ਨ ਨਾਲ ਸਾਰੀ ਦੁਨੀਆ ਦੀਆਂ ਵਾਰਤਾਂ ਕਹਾਣੀਆਂ ਲਿਖੀ ਜਾ ਰਹੇ ਆ। ਉਹ ਮੁੱਕਦੇ ਨਹੀਂ। 6 ਨੇ ਉਹ। ਜੇ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਦੱਸ ਵੀ ਦਿੰਦਾ ਹੈ। ਸਾਡੀ ਜਿਹੜੀ ਸੰਰਚਨਾਵਾਦ ਦੀ ਭਾਸ਼ਾ ਉਹ ਤਾਂ ਥੋੜ੍ਹੀ ਔਖੀ ਹੁੰਦੀ ਆ, ਪਰ ਮੈਂ ਸੌਖੀ ਭਾਸ਼ਾ 'ਚ ਦੱਸਦਾ। ਦੁਨੀਆ ਦੀ ਪਹਿਲੀ ਕਹਾਣੀ ਜਿਹੜੀ ਆ ਨਾ, ਉਹ ਪਤਾ ਕਿਹੜੀ ਆ? ਉਹ ਹੈਗੀ ਦਿਨ ਤੇ ਰਾਤ, ਜਿਹਦੇ ਵਿੱਚ ਸੂਰਜ ਜਿਹੜਾ ਨਾ ਉਹ ਨਾਇਕ ਆ, ਅਤੇ ਸੂਰਜ ਦੀ ਜਿਹੜੀ ਰੋਸ਼ਨੀ ਆ ਉਹ ਹੈਗੀ ਨਾਇਕਾ। ਅਤੇ ਕਹਾਣੀ ਇਹ ਆ ਵੀ ਸੂਰਜ ਆਪਣੀ ਪ੍ਰੇਮਕਾ ਰੋਸ਼ਨੀ ਦੇ ਪਿੱਛੇ ਸਾਰੀ ਦਿਹਾੜੀ ਤੁਰਿਆ ਰਹਿੰਦਾ। ਰੋਸ਼ਨੀ ਨੂੰ ਅੱਗੋਂ ਅੰਧਕਾਰ ਜਾਂ ਹਨੇਰਾ ਮਿਲ ਪੈਂਦਾ, ਉਹ ਉਹਨੂੰ ਧੋਖੇ ਨਾਲ ਆਪਣੇ ਚੁੰਗਲ 'ਚ ਫਸਾ ਲੈਂਦਾ। ਸੂਰਜ ਸਾਰੀ ਰਾਤ ਉਹਦੇ ਨਾਲ ਲੜਾਈ ਕਰਦਾ ਅਤੇ ਉਹ ਉਹਨੂੰ ਛੁਡਾ ਲਿਆਉਂਦਾ। ਅਗਲੇ ਦਿਨ ਫੇਰ ਇਹ ਸ਼ੁਰੂ ਹੋ ਜਾਂਦੀ। ਹੁਣ ਜਿੰਨੀਆਂ ਵੀ ਰੋਸ਼ਨੀ ਵਾਲੀਆਂ ਚੀਜ਼ਾਂ ਨੇ, ਚਾਹੇ ਉਹ ਅੱਗ ਆ, ਚਾਹੇ ਉਹ ਬਿਜਲੀ ਲਿਸ਼ਕਦੀ ਆ, ਚਾਹੇ ਉਹ ਚੰਦਰਮਾ ਨੇ, ਚਾਹੇ ਉਹ ਤਾਰੇ ਆ, ਉਹ ਸਾਰੀਆਂ ਸੂਰਜ ਦੀਆਂ ਸਹਾਇਕ ਨੇ। ਅਤੇ ਜਿਹੜੀਆਂ ਅੰਧਕਾਰ ਵਾਲੀਆਂ ਚੀਜ਼ਾਂ ਨੇ, ਚਾਹੇ ਉਹ ਬੱਦਲ ਆ ਜਿਹੜਾ ਸੂਰਜ ਨੂੰ ਢੱਕ ਲੈਂਦਾ, ਜਾਂ ਇਹੋ ਜਿਹੀਆਂ ਕੋਈ ਹੋਰ ਜਿਹੜੇ ਉਹਨੂੰ ਉਹਦੇ ਵਿਰੋਧ 'ਚ ਲੜਦੀਆਂ, ਉਹ ਉਹਦੀਆਂ ਵਿਰੋਧੀ ਨੇ। ਉਹ ਹਨੇਰੇ ਦੀਆਂ ਹੈਂ, ਹਨੇਰੇ ਰਾਤ ਦੀਆਂ ਸਹਾਇਕ। ਆਹੋ, ਰਾਤ ਦੀਆਂ। ਇਹ 6 ਹੋ ਗਏ ਨਾ, 6 ਹੋ ਗਏ ਸਾਰੇ। ਹੁਣ ਇਸੇ ਕਹਾਣੀ ਨੂੰ ਤੁਸੀਂ ਰਮਾਇਣ 'ਚ ਲਾਇਓ। ਸੂਰਜ ਤਾਂ ਆ ਗਿਆ ਰਾਮ, ਊਸ਼ਾ ਦੇ ਥਾਂ ਆ ਗਈ ਸੀਤਾ, ਅਤੇ ਅੰਧਕਾਰ ਦੇ ਥਾਂ ਆ ਗਿਆ ਰਾਵਣ। ਅਤੇ ਅੱਗੇ ਇੱਕ ਪਾਤਰ ਜਿਹੜਾ ਜਿਹਨੇ ਉਹ ਸੀਤ ਪ੍ਰਾਪਤ ਕਰਨੀ ਹੁੰਦੀ ਆ, ਉਹ ਵੀ ਆ ਗਿਆ ਰਾਮ। ਅਤੇ ਬਾਕੀ ਦੋਵੇਂ ਜਿਹੜੇ ਆ ਅੰਧਕਾਰ ਉਹਦੇ ਸਹਾਇਕ ਅਤੇ ਉਹਦੇ ਵਿਰੋਧੀ।
ਹੂੰ ਹੂੰ ਤੁਸੀਂ ਆ ਜਾਓ ਪਰੀ ਕਹਾਣੀ 'ਚ। ਹੂੰ ਪਰੀ ਕਹਾਣੀ 'ਚ ਰਾਜਕੁਮਾਰ, ਰਾਜਕੁਮਾਰੀ, ਹੂੰ ਦਿਓ, ਹੂੰ ਰਾਜਕੁਮਾਰ ਹੂੰ ਤੇ ਜਿੰਨੇ ਵੀ ਉਹਦੇ ਸਾਧੂ ਜਿਹਨੇ ਪਊਏ ਦਿੱਤੇ, ਟੋਪੀ ਦਿੱਤੀ ਆ, ਹਾਂ ਉਹ ਉਹਦੇ ਸਹਾਇਕ ਨੇ ਹੂੰ ਤੇ ਬਾਕੀ ਜਿਹੜੇ ਉਹਦੇ ਵਿਰੋਧੀ ਨੇ। ਹੂੰ ਇਸ ਤਰੀਕੇ ਨਾਲ ਸੰਰਚਨਾਵਾਦ ਨੇ ਉਹ 6 ਦੇ 6 ਤੱਤ ਫੜੇ ਆ, ਹੂੰ ਜਿਨ੍ਹਾਂ ਨਾਲ ਅਸੀਂ ਕਰੋੜਾਂ ਇਹ ਨਾਵਲ, ਕਹਾਣੀਆਂ ਤੇ ਸਭ ਕੁਝ ਲਿਖੀ ਜਾ ਰਹੇ ਹਾਂ, ਜਿਹੜੇ ਮੁੱਕ ਨਹੀਂ ਸਕੇ। ਹੂੰ ਜਿਸ ਤਰ੍ਹਾਂ ਭਾਸ਼ਾ ਨਹੀਂ ਮੁੱਕਦੀ, ਅੰਕ ਨਹੀਂ ਮੁੱਕਦੇ। ਹਾਂਜੀ ਹਾਂ ਇਹ ਆ ਸੰਰਚਨਾਵਾਦ, ਠੀਕ ਨਹੀਂ? ਹੂੰ ਤੇ ਮੈਂ ਜਿਹੜੀ ਕੋਸ਼ਿਸ਼ ਕੀਤੀ ਆ ਵੀ ਪੰਜਾਬੀ ਲੋਕ ਜਿਹੜੇ ਉਹ ਸੋਚਦੇ ਕਿਵੇਂ ਆ, ਹੂੰ ਤੇ ਇਹਨਾਂ ਨੇ ਆਪਣੀਆਂ ਲੋਕ ਕਹਾਣੀਆਂ ਵਿੱਚ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਯਤਨ ਕੀਤਾ ਵਾ। ਹੂੰ ਤੇ ਉਹ ਮੈਂ ਨਾ 40 ਕਿਸਮ ਦੇ ਪ੍ਰਤੀਕਰਮ ਕੱਢੇ ਆ। ਅੱਛਾ ਅੱਛਾ ਸਭ ਤੋਂ ਪਹਿਲਾ ਪ੍ਰਤੀਕਰਮ ਤਾਂ ਪੰਜਾਬੀ ਲੋਕ ਕਹਾਣੀਆਂ ਦਾ ਇਹ ਆ ਵੀ ਵਿਆਹ ਸ਼ਾਦੀ ਲਈ ਚੰਗੀ ਔਰਤ ਦੀ ਕਿਵੇਂ ਪ੍ਰਾਪਤੀ ਕਰਨੀ। ਹੂੰ ਉਹ ਸਾਰਾ ਸੰਘਰਸ਼ ਇਹ ਆ। ਹੂੰ ਇਹ ਫੂਲਾਂ ਰਾਣੀ ਵਿਆਹੁਣੀ ਆ ਕਿ ਸਬਜ਼ਾਂ ਰਾਣੀ ਵਿਆਹੁਣੀ ਆ ਕਿ ਫਲਾਣੀ ਵਿਆਹੁਣੀ ਆ, ਹੈ ਨਾਰਾ ਸ਼ਾਹਜਾਦੀ ਵਿਆਹੁਣੀ ਆ ਕਿ ਕੌਣ ਬਣਾਉਣੀ, ਜੋ ਇਹ ਸਾਰਾ ਹੈਗਾ। ਹੂੰ ਹੂੰ ਅੱਛਾ ਦੂਜੀ ਗੱਲ ਇਹ ਆ ਵੀ ਜਦੋਂ ਤੁਹਾਡਾ ਵਿਆਹ ਸ਼ਾਦੀ ਦੀ ਮਰਿਆਦਾ ਪੂਰੀ ਹੋ ਜਾਂਦੀ ਆ ਹੂੰ ਤੇ ਫਿਰ ਘਰ ਪਰਿਵਾਰ ਵਿੱਚ ਤੁਸੀਂ ਉਹ ਔਰਤ ਨੂੰ ਘਰ ਦੀ ਮਰਿਆਦਾ 'ਚ ਕਿਵੇਂ ਰੱਖਣਾ, ਹੂੰ ਉਹਨੂੰ ਮਰਿਆਦਾ ਤੋਂ ਭੱਜਣ ਨਹੀਂ ਦੇਣਾ। ਹੂੰ ਬਹੁਤ ਸਾਰੀਆਂ ਪੰਜਾਬੀ ਦੀਆਂ ਲੋਕ ਕਹਾਣੀਆਂ ਨੇ ਹੂੰ ਜਿਨ੍ਹਾਂ ਵਿੱਚ ਔਰਤਾਂ ਜਿਹੜੀਆਂ ਨੇ ਨਾ ਉਹ ਵਿਆਹ ਮਰਿਆਦਾ ਤੋਂ ਬਾਹਰ ਭੱਜਦੀਆਂ ਨੇ, ਹੂੰ ਤੇ ਫਿਰ ਪੰਜਾਬੀ ਜਿਹੜਾ ਮਾਈਂਡ ਆ ਉਹਨਾਂ ਨੂੰ ਮੁੜ ਵਾਪਸ ਕਿਵੇਂ ਲਿਆਉਂਦਾ। ਹੂੰ ਇਸੇ ਤਰੀਕੇ ਨਾਲ ਬਹੁਤ ਸਾਰੇ ਮਰਦ ਆ ਜਿਹੜੇ ਵਿਆਹ ਮਰਿਆਦਾ ਤੋਂ ਭੱਜਦੇ ਆ ਤੇ ਉੱਥੇ ਔਰਤ ਜਿਹੜੀ ਉਹ ਕਿਵੇਂ ਵਿਆਹ ਮਰਿਆਦਾ ਚਾਹੁੰਦੇ ਆ। ਹੂੰ ਫਿਰ ਇਹੋ ਜਿਹੇ ਐਕਸ਼ਨ ਵੀ ਅਮੀਰ ਕਿਵੇਂ ਹੋਣਾ, ਹੂੰ ਪੰਜਾਬੀ ਮਾਈਂਡ ਮਨ ਜਿਹੜਾ ਅਮੀਰ ਹੋਣ ਬਾਰੇ ਕਿਵੇਂ ਸੋਚਦਾ। ਉਹ ਸੋਚਦਾ ਜਾਂ ਤੇ ਰਾਜੇ ਦੀ ਕੁੜੀ ਨਾਲ ਵਿਆਹ ਹੋ ਜੇ ਹੈਂ, ਤੇ ਜਾਂ ਮੇਰੇ ਕੋਲ ਖਜ਼ਾਨਾ ਲੱਭ ਜੇ, ਦੱਬਿਆ ਲੱਭ ਜੇ, ਤੇ ਹੋਰ ਕੁਛ ਨਹੀਂ ਤੇ ਕਿਸੇ ਨੇ ਠੱਗੀ ਮਾਰ ਲਈਏ ਹੈਂ। ਉਹ ਮਤਲਬ ਇਸੇ ਤਰੀਕੇ ਨਾਲ ਫਿਰ ਉਹ ਜਿਹੜੀਆਂ ਔਲਾਦ ਦੀਆਂ ਪ੍ਰਾਪਤੀਆਂ ਨੇ ਇਹੋ ਜਿਹੇ 30-40 ਕਿਸਮ ਦੇ ਰਿਐਕਸ਼ਨ ਆ ਜਿਹੜੇ ਜਿਨ੍ਹਾਂ ਦੇ ਉੱਤੇ ਕਹਾਣੀ ਲਿਖੀ ਜਾ ਸਕਦੀ ਹਾਂ, ਜਿੰਦੇ ਤੇ ਲਿਖੀਆਂ ਹੋਈਆਂ ਜਿੰਨਾ। ਹਾਂ, ਸੋ ਇਹ ਆ ਸਾਰਾ ਸੰਰਚਨਾਵਾਦ। ਜਦੋਂ ਹੁਣ ਸੰਰਚਨਾਵਾਦ ਦੀ ਗੱਲ ਕਰਦੇ ਆ, ਇਹ ਮੈਨੂੰ ਬਹੁਤ ਔਖਾ ਸਮਝ ਆਇਆ, ਬਹੁਤ ਔਖਾ ਸਮਝ ਆਇਆ, ਬਹੁਤ ਔਖਾ ਸਮਝ ਆਇਆ। ਹੁਣ ਫਰਜ਼ ਕਰ ਲਓ ਵੀ ਰੋਲਾਂ ਬਾਰਤ ਕਹਿੰਦਾ ਹੈ, ਉਹ ਕਹਿੰਦਾ ਰੈਸਲਿੰਗ ਇਜ਼ ਅ ਸਟੋਰੀ। ਅੱਛਾ, ਰੈਸਲਿੰਗ ਸਟੋਰੀ ਆ। ਇਹਨੂੰ ਸਮਝਣ ਲਈ ਪਤਾ ਨਹੀਂ ਕਿੰਨੀ ਦੇਰ ਮੈਨੂੰ ਲੱਗੀ ਵੀ ਰੈਸਲਿੰਗ ਸਟੋਰੀ ਕਿਵੇਂ ਹੋਈ। ਫਿਰ ਮੈਂ ਵੀ ਵੇਖੋ ਜੀ, ਭਲਵਾਨ ਘਰੋਂ ਤੁਰਦਾ ਹੈ, ਰੋਟੀ ਪਾਣੀ ਖਾਂਦਾ ਹੈ, ਉਹ ਕਰਦਾ ਹੈ, ਜੇ ਕਰਦਾ ਹੈ, ਨਾਲ ਸੂਤਨਾ ਫੜਦਾ ਹੈ ਜਾਂ ਕਸ਼ਹਿਰਾ ਫੜਦਾ ਹੈ ਜਾਂ ਜਾਂਘਿਆ ਫੜਦਾ ਹੈ, ਫਿਰ ਉੱਥੇ ਜਾਂਦਾ ਹੈ, ਉੱਥੇ ਲੀੜੇ ਲਾਉਂਦਾ ਹੈ। ਉਹ ਮੈਂ ਸਟੋਰੀ ਇਸ ਤਰੀਕੇ ਨਾਲ ਉਹਨੂੰ ਲੈ ਕੇ ਤੁਰਦਾ ਹੈਗਾ। ਤੇ ਜਦੋਂ ਫਿਰ ਮੈਨੂੰ ਸਮਝ ਲੱਗੀ ਉਹ ਮੂਰਖਾ, ਉਹਦੇ 'ਚ ਦੋ ਨਾਇਕ ਆ, ਏ ਤੇ ਬੀ, ਦੋ ਪਹਿਲਵਾਨ ਆ, ਏ ਤੇ ਬੀ, ਤੇ ਜਿਹੜੀ ਵਿਕਟਰੀ ਆ ਉਹਨਾਂ ਦੀ ਹੀਰੋਇਨ ਆ। ਠੀਕ ਨਹੀਂ? ਉਹਦੇ ਦਾ ਪੇਚ ਉਹਦੇ ਸਹਾਇਕ ਆ, ਉਹਦੇ ਦਾ ਪੇਚ ਉਹਦੇ ਸਹਾਇਕ ਆ, ਉਹਦੀਆਂ ਕਮਜ਼ੋਰੀਆਂ ਉਹਦੀਆਂ ਵਿਰੋਧੀ ਆ, ਉਹਦੀਆਂ ਕਮਜ਼ੋਰੀਆਂ ਉਹਦੀ ਵਿਰੋਧੀ ਆ। ਹੈਂ, ਇਹ ਆ ਅਸਲ 'ਚ ਰੈਸਲਿੰਗ ਇਜ਼ ਸਟੋਰੀ। ਬਹੁਤ ਵਧੀਆ ਗੱਲ ਆ। ਹੈਂ, ਤੇ ਫਿਰ ਮੈਂ ਜਦੋਂ ਫਿਰ ਤੁਸੀਂ ਦੇਖੋ, ਫਿਰ ਇਹ 6 ਦੇ 6 ਐਲੀਮੈਂਟ ਹਰ ਚੀਜ਼ 'ਤੇ ਟੁਕਦੇ ਆ। ਫਰਜ਼ ਕਰ ਲਓ ਤੁਸੀਂ ਯੂਨੀਵਰਸਿਟੀ ਦਾ ਪੇਪਰ ਦੇਣ ਹੀ ਜਾਂਦੇ ਜੇ, ਤੁਸੀਂ ਹੀਰੋ ਜੇ, ਯੂਨੀਵਰਸਿਟੀ ਡਿਗਰੀ ਜਿਹੜੀ ਉਹ ਤੁਹਾਡੀ ਹੀਰੋਇਨ ਆ, ਤੇ ਦੇਣੀ ਕਿਹਨੇ ਆ? ਯੂਨੀਵਰਸਿਟੀ ਨੇ। ਲੈਣੀ ਕਿਹਨੇ ਆ? ਤੁਸੀਂ। ਤੁਹਾਡੇ ਸਹਾਇਕ ਕੌਣ ਆ? ਤੁਹਾਡੇ ਟੀਚਰ। ਤੇ ਤੁਹਾਡੀਆਂ ਕਮਜ਼ੋਰੀਆਂ ਕਿਹੜੀਆਂ ਨੇ? ਸਹਾਇਕਾਂ ਦੇ ਵਿੱਚ ਟੀਚਰ ਦੇ ਨਾਲ ਭਾਵੇਂ ਤੁਸੀਂ ਨਕਲ ਵਾਲੀਆਂ ਪਰਚੀਆਂ ਵੀ ਨਾਲ ਗਿਣ ਲਓ। ਉਹੀ ਸਹਾਇਕ ਹੀ ਆ। ਇਹ ਹੁਣ ਤੇ ਅੱਗੇ ਕਿੱਥੇ ਤੇ ਸਾਨੂੰ, ਮੈਨੂੰ ਇਹ ਸਮਝ ਨਹੀਂ ਲੱਗਦੀ ਵੀ ਸੰਰਚਨਾਵਾਦ ਹੈ ਕੀ ਆ। ਤੇ ਹੁਣ ਤੇ ਮੈਨੂੰ ਐਂ ਲੱਗਦਾ ਵੀ ਜੇ ਜੰਜ ਚੜ੍ਹੀ ਜਾਂਦੀ ਹੈ ਨਾ ਘੋੜੇ ਤੇ ਉਹਦੀ ਸੰਰਚਨਾ ਮੈਂ ਝੱਟ ਸਮਝ ਲੱਗਦਾ।
ਉਹ ਮਤਲਬ ਫਾਰਮੂਲਾ ਪਤਾ ਲੱਗ ਗਿਆ ਨਾ? ਫਾਰਮੂਲਾ ਵੀ ਉਹ ਜਿਹੜਾ ਜਾ ਰਿਹਾ ਹੀਰੋ ਜਾ ਰਿਹਾ, ਹਾਂ ਉਹ ਅੱਗੇ ਬੈਠੀ ਆ ਉਹਦੀ ਹੀਰੋਇਨ, ਹਾਂ ਉਹ ਜਾਨੀ ਉਹਦੇ ਸਹਾਇਕ ਆ, ਘੋੜੀ ਵੀ ਸਹਾਇਕ ਆ। ਘੋੜੀ ਵੀ ਸਹਾਇਕ। ਹੁਣ ਤੇ ਹਰ ਮਤਲਬ ਚੋਂ ਰਚਨਾ ਲੱਭ ਜਾਂਦੀ ਹੈ। ਮਤਲਬ ਜਿੱਦਾਂ ਇਹ ਮੈਥ ਵਾਲੀ ਕੰਮ ਹੈ, ਮੈਥ ਦਾ ਫਾਰਮੂਲਾ ਪਤਾ ਲੱਗ ਜੇ ਸਾਰੇ ਸਵਾਲ ਉਹਦੇ ਚ ਆ ਜਾਂਦੇ ਆ ਦੇਖੋ formula ਚ। ਇਹ ਕੰਮ ਮੈਥ ਵਾਲਾ ਵੀ ਮੈਂ ਕੀਤਾ ਥੋੜਾ ਜਿਹਾ। ਅੱਛਾ ਅੱਛਾ ਮੈਂ ਹੁਣ ਜੇ ਸੌਖੇ ਪੇਜ ਨਾਲ ਚਲਾਉਣਾ, ਮੈਂ ਤੇ ਹਰ ਗੀਤ ਦਾ ਫਾਰਮੂਲਾ ਬਣਾਤਾ। ਅੱਛਾ ਅੱਛਾ ਆਹੋ, ਹੂੰ ਇਹ ਮੈਂ ਤੁਹਾਨੂੰ ਦੱਸ ਦਿੰਦਾ। ਹੂੰ ਤੁਸੀਂ ਇੱਕ ਗੀਤ ਸੁਣਿਆ ਹੋਣਾ, ਪਹਿਲੀ ਵਾਰੀ ਮੈਨੂੰ ਨਾਈ ਲੈਣ ਆ ਗਿਆ, ਹੂੰ ਉਹਦੇ ਨਾਲ ਨਹੀਂ ਗਈ। ਹਾਂ ਦੂਜੀ ਵਾਰੀ ਸਹੁਰਾ ਲੈਣ ਆ ਗਿਆ, ਜੇਠ ਲੈਣ ਆ ਗਿਆ, ਦਿਓਰ ਲੈਣ, ਕਿਸੇ ਨਾਲ ਨਹੀਂ ਗਈ। ਹਾਂ ਹਾਂ ਤੇ ਫਿਰ ਆਪ ਲੈਣ ਆ ਗਿਆ, ਹੂੰ। ਮੈਂ ਉਹਦੇ ਨਾਲ ਚਲੇ ਗਈ। ਹੂੰ ਹੂੰ ਹੈਂ, ਹੂੰ। ਉਹਦੇ ਚੰਦਾ ਅਸੀਂ ਪਹਿਲੇ ਜਿਹੜੇ ਆ ਨਾ ਉਹਨਾਂ ਨੂੰ ਜਿਹੜੇ ਪਾਤਰ B ਕਰ ਲਈਏ, ਹੂੰ ਹੂੰ B1 B2 B3 B5 ਅਪ ਟੂ N ਨੰਬਰ ਹਾਂ ਹੈ। ਹਾਂ ਫੰਕਸ਼ਨ ਆਫ B ਹੂੰ ਉਹ ਵੀ ਲਿਜਾਣਾ ਵਾ, ਹੂੰ ਫੰਕਸ਼ਨ ਆਫ BX ਹੂੰ ਹੈ ਹੂੰ ਇਜ਼ ਲੈਸਰ ਦੈਨ ਹੂੰ ਫੰਕਸ਼ਨ Y ਆਫ A। ਹੂੰ ਵੀ ਪਤੀ ਤੋਂ ਹੂੰ ਸਾਡੇ ਸਮਾਜ ਹਰ ਰਿਸ਼ਤੇ ਦਾ ਥੱਲੇ ਯਾਰ। ਥੱਲੇ ਹਾਂ ਹੁਣ ਤੁਸੀਂ ਆਪਣੇ ਸੁਖਮਨੀ ਸਾਹਿਬ ਵੇਖ ਲਓ ਹਾਂਜੀ ਹਾਂ ਹੈ, ਹਾਂ ਵੀ ਬ੍ਰਹਮ ਗਿਆਨੀ ਉਹ ਆ, ਬ੍ਰਹਮ ਗਿਆਨੀ ਜੇ ਆ, ਬ੍ਰਹਮ ਗਿਆਨੀ ਹੋ, ਹਾਂ ਬ੍ਰਹਮ ਗਿਆਨੀ ਜੋ ਬ੍ਰਹਮ ਕੋ ਜਾਣੇ। ਹਾਂ ਅਖੀਰ ਤੇ ਉਹਦੀ ਵਿਰੋਧੀ ਸੀ। ਆਹੋ, ਹੁਣ ਫਰੀਦ ਸਾਹਿਬ ਆ, ਫਰੀਦਾ ਸ਼ੱਕਰ ਖੰਡ ਨਵਾਤ ਗੁੜ ਹੂੰ ਮਾਖਿਓ ਮਾਝਾ ਦੁੱਧ ਹੂੰ ਹੈ, ਸਭੇ ਚੀਜ਼ਾਂ ਮਿੱਠੀਆਂ, ਹੂੰ ਪਰ ਹੂੰ ਉਹ ਰੱਬ ਤੋਂ ਥੱਲੇ ਆ ਸਾਰੀਆਂ। ਇਹਦਾ ਉਹੋ ਹੀ ਫਾਰਮੂਲਾ। ਸਹੀ ਸੋ ਇਸ ਕਰਕੇ ਮਤਲਬ ਫਾਰਮੂਲੇ 'ਚ ਆ ਗਈ ਗੱਲ ਸਾਰੀ। ਫਾਰਮੂਲੇ ਤੋਂ ਬਿਨਾਂ ਤਾਂ ਗੱਲ ਨਹੀਂ ਚੱਲਦੀ। ਹੂੰ ਬਾਈਨਰੀ ਅਪੋਜੀਸ਼ਨ ਜਿਹੜੀ ਹੈ ਨਾ, ਬਾਈਨਰੀ ਅਪੋਜੀਸ਼ਨ 'ਚ ਨਾ ਦਿਨ ਨਾ ਰਾਤ, ਹੂੰ ਨੈਗੇਟਿਵ ਪੋਜ਼ਿਟਿਵ ਹੀ ਆ ਸਾਰਾ ਕੁਝ। ਹੂੰ ਮੇਰਾ ਵਿਸ਼ਵਾਸ ਹੈ ਵੀ ਤੁਹਾਡਾ ਜਿਹੜਾ ਦਿਮਾਗ ਹੈ ਨਾ, ਹੂੰ ਉਹ ਹਰ ਵੇਲੇ ਬਹੁਤ ਸਾਰੇ ਵਿਚਾਰਾਂ ਨੂੰ, ਖਿਆਲਾਂ ਨੂੰ ਟਰਾਂਸਮਿਟ ਕਰਦਾ ਰਹਿੰਦਾ, ਹੂੰ 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 ਤੇ ਬਹੁਤ ਸਾਰੇ ਖਿਆਲਾਂ ਨੂੰ ਰਿਸੀਵ ਵੀ ਕਰਦਾ ਰਹਿੰਦਾ। ਹਾਂ ਹਾਂ ਉਹ ਕਿਸੇ ਦਾ ਦਿਮਾਗ ਕਿੰਨੀ ਦੂਰ ਤੱਕ ਟਰਾਂਸਮਿਟ ਕਰਨ ਦੀ ਮਤਲਬ ਕਪੈਸਿਟੀ ਰੱਖਦਾ, ਹੂੰ ਹੂੰ ਤੇ ਕਿਹੋ ਜਿਹੇ ਹਵਾ 'ਚ ਆ ਜਿਹੜਾ ਮੈਂ ਆਪਾਂ ਹੁਣ ਬੋਲੇ ਆ ਨਾ, ਹੂੰ ਇਹ ਕਰੋੜਾਂ ਸਾਲਾਂ ਤੱਕ ਇਹ ਹਵਾ 'ਚ ਰਹਿਣਗੀਆਂ ਗੱਲਾਂ। ਹੂੰ ਹੋ ਸਕਦਾ ਆਉਣ ਵਾਲੇ ਸਮੇਂ 'ਚ ਕੋਈ ਏਡੇ ਤਕੜੇ ਦਿਮਾਗ ਆ ਜਾਣ, ਹੂੰ ਉਹ ਹਵਾ 'ਚੋਂ ਹੀ ਸਾਡੀਆਂ ਗੱਲਾਂ ਫੜ ਲੈਣ, ਰਿਸੀਵ ਕਰ ਲੈਣ। ਹੂੰ ਮੈਂ ਇਹਦੇ ਤਜਰਬੇ ਕੀਤੇ ਹੋਏ ਆ। ਅੱਛਾ ਮੈਂ ਕਿਸੇ ਬੰਦੇ ਨਾਲ ਬੈਠਾ ਹੋਵਾਂ ਹੂੰ ਤੇ ਮੈਂ ਉਹ ਕੀ ਸੋਚ ਰਿਹਾ, ਹੂੰ ਮੈਂ ਉਹਨੂੰ ਦੱਸ ਦਿੰਦਾ, ਕਹਿ ਦੇ ਹੁਣ, ਕਹਿ ਦੇ ਗੱਲ। ਅੱਛਾ ਉਹ ਕਹਿੰਦਾ ਮੈਂ ਸੋਚ ਤੇ ਹੋ ਰਿਹਾ ਵੀ ਤੁਹਾਨੂੰ ਕਿਵੇਂ ਪਤਾ ਲੱਗ ਗਿਆ। ਅੱਛਾ ਵਾਹਿਗੁਰੂ ਜੀ, ਤੁੱਕੇ ਲੱਗ ਜਾਂਦੇ ਕਈ ਵਾਰ, ਕਿਉਂਕਿ ਜਿਹਨੇ ਸਾਈਨ ਤੇ ਸਿੰਬਲ ਪੜ੍ਹੇ ਹੋਏ ਆ ਨਾ, ਹਾਂ ਸਾਈਨ ਸਿੰਬਲ ਸਮੈਲ ਕਿਸੇ ਨੇ ਪੜ੍ਹੀ ਹੋਈ ਆ, ਹਾਂਜੀ ਹੂੰ ਉਹ ਝਟ ਪਤਾ ਲੱਗ ਜਾਂਦਾ ਤੁਹਾਨੂੰ। ਹੂੰ ਚਿਹਨ ਦੀ ਗੱਲ ਕਰਦੇ ਹੁੰਦੇ। ਚਿਹਨ ਜਿਹੜਾ ਨਾ ਉਹ ਬਹੁਤ ਵੱਡੀ ਚੀਜ਼ ਹੈ। ਹਾਂਜੀ ਹਾਂਜੀ ਚਿਹਨ ਤੇ ਬਹੁਤ ਜ਼ਬਰਦਸਤ ਆ। ਹੁਣ ਸਾਡੇ ਮਾਰਕੀਟ 'ਚ ਕੀ ਹੋਣ ਡਿਆ, ਹੂੰ ਵਰਲਡ ਮਾਰਕੀਟ 'ਚ ਹੋ ਕੀ ਰਿਹਾ, ਹੂੰ ਵਸਤੂ ਤਾਂ ਵਿਕਦੀ ਨਹੀਂ, ਹੂੰ ਹਾਂ ਚੇਨ ਵਿਕਦਾ ਚੇਨ ਵੇਖਦਾ ਹਾਂ ਸਹੀ ਹੈ। ਸਹੀ ਹਾਂ ਬਿਲਕੁਲ ਇਦਾਂ ਕਿ ਹੀ। ਜੇ ਤੁਸੀਂ ਮਤਲਬ ਇਹੋ ਜਿਹੀ ਕਰੀਮ ਲਾਓਗੇ ਤਾਂ ਤੁਸੀਂ ਗੋਰੇ ਨਿਸ਼ੋ ਹੋ ਜਾਏਗੇ। ਜੇ ਫਲਾਣੀ ਹੀਰੋਇਨ ਲਾਊਗੀ, ਇਹੋ ਜਿਹਾ ਟੁੱਥਪੇਸਟ ਵਰਤੋਗੇ ਤਾਂ ਐ ਹੋ ਜਾਊਗਾ। ਇਹ ਹੈ ਸਾਰਾ ਇਹ ਚੇਨ ਆ। ਚੇਨ ਹੈ ਬਾਈ।